जी आयां नूं धन्नवाद। विशेष करके मैं साडे रागी साहब दा बहुत ही वधिया ढंग दे नाल जो बाबा जी दा बोलण दा तजर्बा तरीका है बहुत वधिया। बाकी इन्हां कोले नॉलेज भी है, इस गल दा इतिहास दा भी नॉलेज है, गुरबाणी दा भी नॉलेज है, क्योंकि साडे लम्मे समय तो एक दूजे दे नाल इकट्ठे रहने आ, सानू एक दूजे बारे पता है। सज्जन सच्चा पातशाहो सिर शाहां दै साहो, जिस पास बैठिया सोही है सबना दा विसाहो। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। मुड़ मुड़ आउणगियां बंदिया तैं मुड़ के नहीं आउणा। रुत्तां मुड़ मुड़ आउणगियां बंदिया तैं मुड़ के नहीं आउणा। दंडौत बंधन अनक बार सर्ब कला समराथ, डोलन ते राखो प्रभु नानक दे कर हाथ। परम सन्मान योग जुगो जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, आओ सब तो पहला सतगुरु जी की बख्शिश दोहराइए। प्यार अदब सत्कार दे नाल सब माई भाई दोवें हथ जोड़ के सतगुरु जी नूं सीस झुका के आखो जी वाहिगुरु जी का खालसा वाहिगुरु जी की फतेह। अज आपां सारे श्री गुरु ग्रंथ साहिब महाराज जी की पावन और पवित्र हजूरी विच धन धन श्री गुरु तेग बहादुर महाराज जी के पावन स्थान ते हाजरी भरन वास्ते पहुँचे हाँ। सो महाराज सच्चे पातशाह रहमत करन रब्बी बाणी दे नाल साडा मन जुड़े गुरमुख। हुणे हुणे आप जी ने पावन वचन सुनिया है, डंडौत बंधन अनक बार सर्व कला समरथ। इहदा भाव यह है कि मालिक जी साडी आप जी दे अगे अर्ज है, पुकार है। डंडौत कहंदे है जदों अठे अंग शरीर दे धरती ते ला के आपां मत्था टेकीए गुरमुख, उन्होंने कहते हैं डंडौत बंदना करनी। पहला बेनती है डंडौत बंदन अनकवार। किदे अगे?
ਸਰਬ ਕਲਾ ਸਮਰੱਥ। हे ਵਾਹਿਗੁਰੂ ਜੀ, ਤੁਸੀਂ ਸਰਬ ਸ਼ਕਤੀਆਂ ਦੇ ਮਾਲਕ ਹੋ। ਬੇਅੰਤ ਕਲਾ ਹੈ, ਐਨੀ ਸ਼ਕਤੀ ਐਨੀ ਤਾਕਤ ਹੈ ਜਿਹਨੂੰ ਕੋਈ ਨਾਪ ਤੋਲ ਸਕਿਆ ਹੀ ਨਹੀਂ। ਹੁਣ ਅੱਗੇ ਗੱਲ ਕੀਤੀ ਹੈ ਡੋਲਣ ਤੇ ਰੱਖੋ ਪ੍ਰਭੂ। ਮਾਲਕ ਸਾਡਾ ਮਨ ਹੈ ਜਿਹੜਾ ਇਹ ਡੋਲਦਾ ਹੈ, ਭਰੋਸਾ ਨਹੀਂ ਵੱਜਦਾ। ਇਹਨੂੰ ਤੁਸੀਂ ਡੋਲਣ ਤੋਂ ਬਚਾਇਓ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਆਪ ਆਪਣਾ ਹੱਥ ਦੇ ਕੇ ਸਾਨੂੰ ਆ ਰਹੀਆਂ ਮੁਸ਼ਕਲਾਂ ਤੋਂ ਤੇ ਜਿਹੜਾ ਮਨ ਡੋਲਦਾ ਹੈ ਇਹ ਤੋਂ ਬਚਾ ਕੇ ਰੱਖਿਓ। ਆਖੋ ਸਤਨਾਮ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸ਼ਲੋਕ ਲਿਖਿਆ, ਬੇਨਤੀ ਵੀ ਕਰਤੀ, ਰੱਬ ਦੀ ਉਸਤਤ ਵੀ ਹੋ ਗਈ ਗੁਰਮੁਖ ਪਿਆਰਿਓ। ਸੋ ਇਸੇ ਤਰ੍ਹਾਂ ਆਪਾਂ ਵੀ ਜਦੋਂ ਗੁਰੂ ਚਰਨਾਂ ਵਿੱਚ ਆਉਨੇ ਆ, ਨਿਮਰਤਾ ਦੇ ਨਾਲ ਅਰਦਾਸ ਕਰੀਏ, ਇੱਕ ਮਨ ਇੱਕ ਚਿੱਤ ਹੋ ਕੇ ਕਰੀਏ ਤੇ ਮਾਲਕ ਜ਼ਰੂਰ ਸੁਣਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ। ਨੌਵੇਂ ਪਾਤਸ਼ਾਹ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ ਕਿ ਜਿਹੜਾ ਸਮਾਂ ਇਹ ਦਿਨੋਂ ਦਿਨ ਭਿਆਨਕ ਹੀ ਹੁੰਦਾ ਆ ਰਿਹਾ ਹੈ। ਮਨ ਕਈ ਵਾਰੀ ਮਾੜੀਆਂ ਸੋਚਾਂ ਸੋਚ ਲੈਂਦਾ, ਮਾੜੇ ਬੰਦਿਆਂ ਨਾਲ ਬਾਹ ਪੈ ਜਾਂਦਾ ਹੈ। ਉਹਨਾਂ ਦੀ ਸੁਣ ਕੇ ਜਾਂ ਉਹਨਾਂ ਦੇ ਸਵਾਲਾਂ ਦਾ ਜਵਾਬ ਜਿਹੜੇ ਦੇਣ 'ਚ ਸਮਾਂ ਲੰਘਦਾ ਹੈ, ਇਹ ਵੀ ਬੇਅਰਥ ਹੀ ਜਾਂਦਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕੁਛ ਇਸ ਵਾਸਤੇ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ। ਲਓ ਗੁਰਬਾਣੀ ਦਾ ਸ਼ਬਦ ਹੈ 1352 ਅੰਗ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ। ਜੈਜਾਵੰਤੀ ਮਹੱਲਾ ਨੌਵਾਂ। ਜੈਜਾਵੰਤੀ ਰਾਗ ਗੁਰੂ ਤੇਗ ਬਹਾਦਰ ਜੀ ਨੂੰ ਬਹੁਤ ਪਿਆਰਾ ਸੀ ਗੁਰਮੁਖ। ਤੇ ਇਹਦੇ ਵਿੱਚ ਸੱਚੇ ਪਾਤਸ਼ਾਹ ਇਸ ਜਨਮ ਦੇ ਬਾਰੇ ਕੁਝ ਬਚਨ ਕਰਦੇ ਨੇ ਤੇ ਸਮੇਂ ਬਾਰੇ ਵੀ ਕੁਝ ਸਾਨੂੰ ਸਮਝਾ ਰਹੇ ਹਨ। ਬੀਤ ਜਹੈ ਜਨਮ ਅਕਾਜ ਰੇ। ਕਹਿੰਦੇ ਹੈ ਬੰਦੇ, ਤੇਰਾ ਜਿਹੜਾ ਜੀਵਨ ਹੈ ਇਹ ਬੇਅਰਥ ਗੁਜ਼ਰਦਾ ਜਾ ਰਿਹਾ ਹੈ, ਬਿਲਕੁਲ ਬੇਅਰਥ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਜੀਵਨ ਤੇਰਾ ਜਾ ਰਿਹਾ ਬਿਰਥਾ। ਦੱਸਿਆ ਵੀ ਹੈ, ਫਿਰ ਕਰੀਏ ਤਾਂ ਕੀ ਕਰੀਏ। ਇਹ ਵੀ ਸੱਚੇ ਪਾਤਸ਼ਾਹ ਅੱਗੇ ਦੱਸਦੇ ਹਨ। ਨਿਸ ਦਿਨ ਸੁਨ ਕੈ ਪੁਰਾਨ, ਸਮਝਤ ਨਹਿ ਰੇ ਅਜਾਨ। ਕਹਿੰਦੇ ਰਾਤ ਅਤੇ ਦਿਨ ਵੇਦਾਂ ਪੁਰਾਣਾਂ ਨੂੰ ਸੁਣਿਆ ਕਰ। ਇਹ ਸਮਝਾਇਆ ਸ਼ੁਰੂ ਤੋਂ ਲਾ ਕੇ ਰਿਸ਼ੀ ਮੁਨੀ ਸਮਝਾਉਂਦੇ ਆਏ ਤੇ ਹੁਣ ਆਪਾਂ ਨੂੰ ਗੁਰੂ ਮਹਾਰਾਜ ਬਚਨ ਕਰ ਗਏ ਕਿ ਭਾਈ ਨਿਤਨੇਮ ਦਾ ਪੱਕਾ ਰਹਿਣਾ, ਗੁਰਬਾਣੀ ਪੜ੍ਹਿਆ ਕਰ। ਜਦੋਂ ਵਿਆਹ ਸ਼ਾਦੀ ਹੁੰਦਾ ਹੈ ਨਾ, ਉਦੋਂ ਵੀ ਲਾਵਾਂ ਵਿੱਚ ਇੱਕ ਬਚਨ ਆਉਂਦਾ ਹੈ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ। ਪਹਿਲਾਂ ਤਾਂ ਵੇਦ ਪੜ੍ਹੇ ਜਾਂਦੇ, ਅੱਗ ਦੇ ਦੁਆਲੇ ਫੇਰੇ ਕੀਤੇ ਜਾਂਦੇ ਸੀ। ਵੇਦ ਸੀ ਨਾ ਜਿਹੜੇ 4 ਵੇਦ, ਉਹ ਸੰਸਕ੍ਰਿਤ ਭਾਸ਼ਾ ਸੀ ਤੇ ਆਮ ਲੋਕਾਂ ਨੂੰ ਸਮਝਣੀ ਬਹੁਤ ਔਖੀ ਸੀ, ਕਿਉਂਕਿ ਜਿਹੜੀ ਵਿਦਿਆ ਸੀ ਇਹ ਇਕੱਲੇ ਬ੍ਰਾਹਮਣਾਂ ਕੋਲੇ ਸੀ, ਹੋਰ ਤਾਂ ਪੜ੍ਹ ਹੀ ਸਕਦਾ ਨਹੀਂ ਸੀ ਕੋਈ ਗੁਰਮੁਖ। ਉਹਨਾਂ ਕੱਲਿਆਂ ਕੋਲੇ ਗਿਆਨ ਸੀ, ਪਰ ਸਤਿਗੁਰ ਕਿਰਪਾ ਕਰ ਗਏ, ਨਾਲੇ ਤਾਂ ਬਾਣੀ ਆਮ ਭਾਸ਼ਾ 'ਚ ਲਿਖ ਗਏ, ਗੁਰਮੁਖੀ 'ਚ ਗੁਰਮੁਖ ਤਾਂ ਆਪਣੇ ਤੇ ਬਖਸ਼ਿਸ਼ ਕਰ ਗਏ। ਕਹਿੰਦੇ ਸਾਰੇ ਪੜ੍ਹੋ ਵਿਚਾਰੋ। ਜ਼ਿੰਦਗੀ ਦੀ ਸ਼ੁਰੂਆਤ
महाराज कहंदे बाणी दे दुआली रखी, आखो सतनाम। श्री वाहेगुरु। समझाया तो बहुत है भी दिन रात भाई रब दा नां लिया कर, उठ के भी भजन करना, शाम नूं भी सौण वेले बाणी पढ़ सिमरन कर, पर करिए की समझत न है रे अजान। कहंदे अनजान बनी फिरदी है दुनिया, गुरुआं दे कहे हुए बचनां नूं समझदी नहीं है। पर महाराज फिर भी सानू सिक्ख्या दिंदे हन, काल तो पहुँचो आन, कहाँ जह पाजरे रहाओ। कहंदे बंदिया तैनू समझा रहे हैं भी जेड़ा समय है ना, अंत काल कह लो, मौत कह लो, वो तो नेड़े पहुंच गया ते भज के किथे जावेंगा। काल तो पहुंचो आन, कहाँ जाए भाजरे। ते मौत इन्नी नेड़े है, ये नहीं पता साह अंदर गया बाहर आवे जा ना आवे, आखो सतनाम। श्री वाहेगुरु। ते सतगुर कहंदे ने भज्जिया नहीं जाना जदों मौत आ गई। एक बारी गुरु नानक पातशाह भाई मरदाना जी, भाई बाला जी बैठे विचार करी जाते, संगत भी बैठी, ते पातशाह कहंदे मरदाना जी बाणी आउंदी है, तुसी सुनदे हो, ये दसो भला आपां किन्ना कुछ चिर रहना संसार विच। वो कहंदे जी सेहत तकड़ी पई है, अज दा दिन तां औखे सौखे कट ही जावांगे, कल तक पता नहीं रहना है जां नहीं रहना। ते महाराज कहंदे भाई मरदाना जी तुसी तां बहुत दूर दी गल कीती, कल तक। अच्छा बाला जी तुसी दसो आपां कदों तक संसार च रहना है। वो भी कहंदे महाराज मरदाना जी ने एक दिन कहा, तुसी कहा भी बहुत दूर दी गल करदा है। चलो पहर मान लो, 3 घंटियां दा एक पहर हुंदा है, औखे सौखे एक पहर तक घट ही जावांगे। सतगुर कहंदे भाई बाला जी तुसी भी बाहली दूर फिरदे हो। फिर हथ बन ले दोवां ने, कहंदे पातशाह फिर तुसी दसो मनुख दी उम्र है किन्नी क, असी किन्ना कुछ रह सकते हैं संसार च। पातशाह कहंदे हम आदमी हाँ एकदमी, मोहलत मोहत ना जाना। कहंदे असी तां एक दम दे आदमी हाँ, जे दम आ रहा साह आ रहा फिर तां आदमी, ते जे साह ना आया फिर मिट्टी दी ढेरी रह जाएंगे, आखो सतनाम। कई बारी जाईदा समागमां ते पुछीदा भाई की हो गया सी, कहंदे बस रोटी खांदे खांदे बुरकी मूँह च ही रह गई। हुण उहनूं की मन्नांगे गुरमुखो आपां, ना कोई रोग ना कोई एक्सीडेंट, फिर सवास ही मुक गए। हाँ कई बारी ये हुंदा है सवास साडे पए हुंदे है, शरीर साथ छड्ड जांदा है, बंदा चाहुंदा भी इदू तां रब चक ले, फिर मरिया भी नहीं जांदा गुरमुख। ये जेड़े कोई कर्म है ना, जेड़े आपां कहने आ भाई चंगे करया करो, ਉਹਦਾ मतलब यही है भी कीते कर्मां दा ही फल मिलदा है। इस करके जे चाहुना भी मेरे ते दुख ना आवे तां दूजे नूं दुख दिया भी ना कर भाई। सवास मालक ने दिते ने, हाँ विधियां बन जांदियां, कित्थे जाके किहदी मौत होनी है ये रब नूं ही पता है। ते आपां जिन्ना मर्जी जोर ला लो, जिथे साडी लिखी है किसी ना किसी बहाने उत्थे पहुँच ही जावांगे गुरमुख। ये गुरु महाराज का इतिहास भी दसदा है ते गुरबाणी भी ये गल कहेगी, कहंदे मता करे पछम कै ताई पूर्व ही लै जात। मता कहंदे राय करनी, कोई फैसला लेना, या आपां कहने मता पका लिया। फैसला तो हुंदा है भी पछम वाल नूं चलांगे, ये नहीं पता पूर्व वाल ही जा पहुंचीए गुरमुख। सो इत्थे भी सच्चे पातशाह जिहड़ी गल समझाउंदे है, शायद तुहाडे पकड़ च आ गई होनी है। महाराज कहंदे काल तां नेड़े आ पहुंचिया है,
काल तो पहुँचो आन कहाँ जह भाजरे, किथे जाएगा भज के। असी तां एक दम दे आदमी हाँ, जे साह आ रहा है ते आदमी, नहीं तां मिट्टी दी ढेरी रह जाएंगे। उही हुंदे आ घर दे, नाले रोई जाणगे नाले पुछणगे एक दूजे नूं भी किन्ना क टाइम लगू हजे, लै चलीए आपां। कोई नहीं रखदा गुरमुख प्यारे। ये तां जिउंदिਆਂ जी ਜਿਹੜਾ भजन पाठ हुंदा, सेवा हुंदी है, जिंदगी दा सुख आनंद लिया जांदा। जिउंदे जी लै लो गुरमुख प्यारे। ते सेवा बारे भी इत्थे बेनती करदे आ, ਜਿਹੜੀ सेवा है ये भी जिउंदिਆਂ दी कर लो गुरमुख। कई बारी असीं मरण तो बाद किसी ना किसी तरीके नाल पूजा करदे आ गुरमुख। कहंदे सेवा इस चीज़ नूं गुरबाणी ने नहीं मन्निया गुरमुख। कहंदे जिउंदे माँ बाप, जिउंदे सस सहुरा घर बैठे है, उन्हां दी सेवा कर ताकि उन्हां दी असीस मिले। दुख नाल ये गल कहनी पैंदी है, कुछ परिवार तां हैगे सियाणे गुरमुख ते कुछ वो भी हैगे बेबे मंजे च पई बिलकी जाऊ, ओनू टाइम से रोटी नहीं देनी गुरमुख। ते मंगरों माइयां माफ़ कर दिओ, गुस्सा ना कर जाण, सीढ़ी ते पई सस नूं कहणगियां हुण कपड़ा चक के मूँह दिखाओ। जिउंदे जी उहदा मत्थे नहीं लगे, जाके दुख सुख नहीं पुछिया हुंदा। इस करके बेनती है गुरमुख प्यारिओ, अपने ते पता नहीं किहो जिहा समां आउणा है, पर जिहड़ी गल गुरु महाराज समझा रहे हैं, कहंदे जन्म बेअर्था ना गवा, सेवा कर ला, सिमरन कर ला, हथ नाल दान पुण्य कर ला जिन्ना हुंदा है। जे बोलदा तां ओह बोली जिन्हूं सुन के सुनने वाले दा भी मन शांत होवे। कुछ लिख रहे हैं वो लिखी, आने वाले टाइम च जे कोई पढ़े उन्होंने कुछ ज्ञान मिले, ये ना होवे किते दुनिया नूं भटका देवे। ते पातशाह कहंदे अजे भी तेरे कोले समय भाई, इनू संभाल लै। समझाया तो बहुत है, पर होया कि असीं अपने शरीर नूं ही सच्चा मन के बह गए भी मैं ही हाँ बस जो कर सकदा। ਇਹਦੇ ਬਾਰੇ ਸਤਿਗੁਰੂ ਤੇਗ ਬਹਾਦਰ ਜੀ ਅੱਗੇ ਦੱਸਦੇ ਹਨ, ਅਸਥਿਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਏ ਹੈ ਖੇਹ। ਕਹਿੰਦੇ ਆਪਣੇ ਸਰੀਰ ਨੂੰ ਤੂੰ ਸਮਝਦਾ ਵੀ ਮੈਂ ਹਜੇ ਬਹੁਤ ਟਾਈਮ ਰਹਿਣਾ ਹੈ, ਪਰ ਤੈਨੂੰ ਪਤਾ ਹੈ ਇਹ ਸਰੀਰ ਨੇ ਵੀ ਮਿੱਟੀ ਹੋਣਾ ਹੈ। ਜਿੱਦਾਂ ਤੋਂ ਸੁਰਤ ਸੰਭਲੀ आपो अपने मना च झाती मार लो गुरमुखो। इस शरीर नूं सौखा रखण वास्ते, तंदुरुस्त रखण वास्ते बहुत कुछ कीता, पर यह बदलदा रहा है, ये बदलदा रहा है। बचपन विच ऐ लगदा सी भी बचपन चंगा है, फिर बचपन किहड़ा रह गया गुरमुखो, वो भी लंघ गया समय। जवानी च ऐ लगदा भी जवानी बहुत चंगी है, बुढ़े ना हो जाइए, बथेरा कुछ करीदा फिर भी बुढ़े हो जाईदा। ते बुढ़ेपे च आके भी सोचीदा भी हुण मौत ना आवे। बहुत जिंदगी दे विच दुख सुख झल के तजर्बे सिखे बजुर्गां कोले ज्ञान हुंदा है, चंगे माड़े समियां विच दी लंघे हुंदे आ, हुंदा भी इन्हां तो कुछ सिखीए। पर बजुर्ग भी सदा नहीं रहिंदे, एक दिन मौत आउणियों ही आउणी, आखो सतनाम श्री वाहेगुरु। ते महाराज कहंदे नित हुंदा संसार विच ये काम रोज आपां देखदे आ, इन्नी लोहणी देखदे आ, केती चल गई, किन्नी दुनिया अखां सामने देखदे आ चली गई। पातशाह कहंदे फिर काहदा मान करी फिरदा, अपने शरीर नूं समझदा भी मैं तां रहना सदा वास्ते, पर नहीं भाई ये तेरी देही भी एक दिन मिट्टी विच मिट्टी हो जावेगी। क्यों ना हर को नाम लेहे मूर्ख निलाज रे। जदों कहंदे पता है भी काल आ गया नेड़े, शरीर ने रहना नहीं, फिर क्यों नहीं तू परमात्मा दा नाम जपदा। मूर्ख निलाज रे, निलाज कहिए बेवकूफ जिन्हों शर्म हया ना होवे। गुरु है तो औखा सुनना है शब्द, पर गुरु महाराज कहंदे हे मूर्ख
ਬੇਸ਼ਰਮ ਹੋ ਕੇ ਨਾ ਤੁਰਿਆ ਫਿਰ। ਕਿਉਂ ਨਹੀਂ ਤੂੰ ਪ੍ਰਮਾਤਮਾ ਦਾ ਨਾਮ ਜਪਦਾ? ਤੈਨੂੰ ਭੇਜਿਆ ਹੀ ਭਜਨ ਕਰਨ ਵਾਸਤੇ ਆ। ਆਖੋ ਸਤਨਾਮ ਵਾਹਿਗੁਰੂ। ਜਿੰਨਾ ਕੁਛ ਵੀ ਸੰਸਾਰ ਵਿੱਚ ਬਣਿਆ ਹੈ ਸਭ ਮਾਲਕ ਨੇ ਆਪਣੇ ਲਈ ਬਣਾਇਆ। ਤੇ ਆਪਾਂ ਕਿਤੇ ਸੋਚੋ ਵੀ ਅਸੀਂ ਕਾਹਦੇ ਵਾਸਤੇ ਬਣੇ ਆ? ਮਹਾਰਾਜ ਕਹਿੰਦੇ ਭਜਨ ਬੰਦਗੀ ਵਾਸਤੇ ਬੰਦਾ ਬਣਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜੇ ਵੀ ਸਮਾਂ ਭਾਈ, ਇਹਨੂੰ ਸੰਭਾਲ ਲੈ। ਰਾਮ ਭਗਤ ਹੀਏ ਆਨ, ਛਾੜ ਦੇ ਤੈ ਮਨ ਕੋ ਮਾਨ। ਮਹਾਰਾਜ ਕਹਿੰਦੇ ਪ੍ਰਭੂ ਦੇ ਪ੍ਰੇਮਮਈ ਸੇਵਾ ਨੂੰ ਤੂੰ ਆਪਣੇ ਮਨ ਅੰਦਰ ਲਿਆ। ਰਾਮ ਭਗਤ ਹੀਏ ਆਨ, ਹੀਆ ਕਹੀਏ ਹਿਰਦਾ। ਪਰਮਾਤਮਾ ਦੀ ਭਗਤੀ ਨੂੰ ਆਪਣੇ ਹਿਰਦੇ 'ਚ ਲਿਆ। ਉਹਦੇ ਪ੍ਰਤੀ ਪ੍ਰੇਮ ਪੈਦਾ ਕਰ। ਛਾੜ ਦੇ ਤੈ ਮਨ ਕੋ ਮਾਨ। ਕਹਿੰਦਾ ਜਿਹੜਾ ਆਪਣੇ ਮਨ 'ਚ ਮਾਣ ਕਰੀ ਫਿਰਦਾ, ਹੰਕਾਰ ਕਰੀ ਫਿਰਦਾ, ਗੁਰੂ ਤੇਗ ਬਹਾਦਰ ਜੀ ਕਹਿੰਦੇ ਇਹਨੂੰ ਛੱਡ ਦੇ। ਕਾਹਦੀ ਹਉਮੈ ਹੈ? ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਔਰੰਗਜ਼ੇਬ ਨੂੰ ਵੀ ਇਹ ਕੁਝ ਬਹੁਤ ਸਮਝਾਇਆ ਸੀ, ਪਰ ਮੰਨੇ ਹੀ ਨਹੀਂ ਗੁਰਮੁਖ। ਅੱਜ ਨਤੀਜਾ ਵੇਖ ਲਓ। ਉਹ ਕਹਿੰਦਾ ਗੁਰੂ ਤੇਗ ਬਹਾਦਰ ਜੀ ਤੁਸੀਂ ਮੈਨੂੰ ਸਮਝਾਉਣ ਦੀ ਛੱਡੋ, ਮੇਰੀ ਗੱਲ ਸਮਝ ਲਓ। ਇਸਲਾਮ ਕਬੂਲ ਕਰ ਲਓ, ਆਪਦਾ ਧਰਮ ਛੱਡ ਦਿਓ, ਨਹੀਂ ਤਾਂ ਮੈਂ ਤੁਹਾਨੂੰ ਕਤਲ ਕਰ ਦੂੰ। ਮਹਾਰਾਜ ਕਹਿੰਦੇ ਫਿਰ ਧਰਮ ਕਾਹਦੇ ਵਾਸਤੇ ਬਦਲਣਾ ਹੈ? ਮੁਸਲਮਾਨ ਹੋ ਕੇ ਕਿਹੜਾ ਮੌਤ ਨਹੀਂ ਆਉਣੀ? ਅਸੀਂ ਤਾਂ ਤੈਨੂੰ ਇਹ ਕਹਿੰਦੇ ਆ ਵੀ ਮੁਸਲਮਾਨ ਆਪਣੇ ਧਰਮ 'ਚ ਰਹਿਣ ਪੱਕੇ, ਹਿੰਦੂ ਆਪਣੇ ਧਰਮ 'ਚ ਰਹਿਣ ਪੱਕੇ। ਕਿਉਂ ਕਿਸੇ ਦਾ ਧਰਮ ਬਦਲਦਾ? ਕਹਿੰਦਾ ਮੇਰੀ ਗੱਲ ਮੰਨ ਲਓ, ਚੰਗੇ ਰਹੋਗੇ। ਮਹਾਰਾਜ ਕਹਿੰਦੇ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਹੈ ਭਾਈ, ਸਭ ਨੂੰ ਹੀ ਪਿਆਰਾ ਹੈ ਆਪਣਾ ਧਰਮ। ਮੰਨਿਆ ਹੀ ਨਹੀਂ। ਫਿਰ ਆਪ ਜੀ ਨੂੰ ਪਤਾ ਹੀ ਹੈ, ਗੁਰੂ ਤੇਗ ਬਹਾਦਰ ਜੀ ਨੂੰ ਉਹਨੇ ਸ਼ਹੀਦ ਕਰਵਾਤਾ ਗੁਰੂ ਦਿੱਲੀ ਦੇ ਚਾਂਦਨੀ ਚੌਕ 'ਚ। ਪਰ ਹੁਣ ਵੇਖੋ ਔਰੰਗਜ਼ੇਬ ਦਾ ਕਿਤੇ ਹੈਗਾ ਨਾਮ ਨਿਸ਼ਾਨ ਗੁਰੂ? ਕਿਤੇ ਦੇਖੀ ਆ ਉਹਦੀ ਪੂਜਾ ਹੁੰਦੀ? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿੱਥੇ ਜਿੱਥੇ ਚਰਨ ਪਾ ਗਏ ਦੁਨੀਆ ਸੀਸ ਝੁਕਾਉਂਦੀ ਆ। ਆਖੋ ਸਤਨਾਮ। ਵਾਹਿਗੁਰੂ। ਇੱਥੇ ਵੀ ਜਿਸ ਜਗ੍ਹਾ ਅੱਜ ਆਪਾਂ ਦਰਸ਼ਨ ਕਰਨ ਆਏ ਆ, ਮਾਇਸਰਖਾਨਾ ਨਗਰ ਬਠਿੰਡੇ ਜ਼ਿਲ੍ਹੇ ਦਾ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਚਰਨ ਪਾਏ ਆ ਗੁਰਮੁਖੋ। ਕਿਉਂਕਿ ਜਦੋਂ ਮੌੜ ਕਲਾਂ ਆਏ ਸੀ ਇੱਥੇ ਦੱਸਿਆ ਵੀ 40 ਦਿਨ ਰਹੇ ਆ ਗੁਰੂ ਤੇਗ ਬਹਾਦਰ ਜੀ। ਡਿੱਖ ਨਗਰ ਵੀ ਆਏ, ਢੱਡੇ ਵੀ ਮਹਾਰਾਜ ਨੇ ਦੁਪਹਿਰਾ ਕੱਟਿਆ ਪਿੰਡ ਦੇ ਵਿੱਚ। ਬਾਰ-ਬਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਹਨਾਂ ਸਮਿਆਂ ਦੇ ਵਿੱਚ ਆਪਣੇ ਇਸ ਮਾਲਵੇ ਦੀ ਧਰਤੀ ਨੂੰ ਭਾਗ ਲਾਏ ਆ ਸੱਚੇ ਪਾਤਸ਼ਾਹ ਨੇ। ਭੈਣੀ ਬਾਗਾ, ਇਧਰ ਖਿਆਲਾ, ਜੋਗਾ ਰੱਲਾ, ਗੁਰੂ ਤੇਗ ਬਹਾਦਰ ਜੀ ਦੇ ਚਰਨ ਪਏ। ਤੇ ਮੌੜ ਕਲਾਂ ਤੋਂ ਤਾਂ ਦਿਓ ਕੱਢਿਆ ਸੀ, 40 ਦਿਨ ਇੱਥੇ ਰਹੇ ਆ ਗੁਰਮੁਖ। ਬਹੁਤ ਅਤੀ ਸੁੰਦਰ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਉੱਥੇ ਗੁਰਮੁਖ। ਤੇ ਉਦੋਂ ਹੀ ਮੈਸਰਖਾਨੇ ਆਏ, ਦਮਦਮਾ ਸਾਹਿਬ ਵੀ ਗਏ। ਜਦੋਂ ਜਾਂਦੇ ਹੋ ਨਾ ਦਰਸ਼ਨ ਕਰਨ, ਤਖਤ ਸਾਹਿਬ ਨੂੰ ਜਾ ਕੇ ਨਮਸਕਾਰ ਕਰੀਦੀ ਹੈ। ਇੱਥੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਸਜਦਾ ਹੁੰਦਾ ਸੀ। ਤੇ ਜਦੋਂ ਮੱਥਾ ਟੇਕ ਕੇ ਛੋਟੇ ਗੇਟ ਬਾਹਰ ਨਿਕਲੀਦਾ ਨਾ, ਜਿੱਧਰ ਪ੍ਰਸ਼ਾਦ ਵੰਡਦੇ ਆ, ਸਾਹਮਣੇ ਇੱਕ ਵੱਡਾ ਸਥਾਨ ਹੈ ਗੋਲ, ਜਿਹਨੂੰ ਦਮਦਮਾ ਸਾਹਿਬ ਆਖਿਆ ਜਾਂਦਾ ਹੈ। ਉਹਦਾ ਨਾਂ ਤਾਂ ਪਿਆ ਗੁਰੂ ਗੋਬਿੰਦ ਸਿੰਘ ਨੇ ਉੱਥੇ ਆ ਕੇ ਕਮਰ ਕਸਾ ਖੋਲਿਆ ਸੀ। ਕਹਿੰਦੇ ਹੁਣ ਜੰਗ ਯੁੱਧ ਨਹੀਂ ਕਰਨੇ, ਇੱਥੇ ਕੁਛ ਟਾਈਮ ਦਮ ਲਵਾਂਗੇ। ਦਮਦਮਾ ਸਾਹਿਬ ਪੈ ਗਿਆ। ਤਖਤ ਸਾਹਿਬ ਤੇ ਦਮਦਮਾ ਸਾਹਿਬ ਦੇ ਵਿਚਾਲੇ ਇੱਕ ਅਸਥਾਨ ਬਣਿਆ ਹੋਇਆ, ਗੋਲ ਆਕਾਰ, ਸ਼ੀਸ਼ੇ ਲੱਗੇ ਹੋਏ। ਉੱਥੇ ਗੁਰੂ ਮਹਾਰਾਜ ਦਾ ਤਾਂ ਪ੍ਰਕਾਸ਼ ਨਹੀਂ ਹੈ, ਪਰ ਸ਼ਸਤਰ ਪਏ ਨੇ। ਉਸ ਜਗ੍ਹਾ ਤੇ ਆ ਕੇ ਗੁਰੂ ਤੇਗ ਬਹਾਦਰ ਜੀ ਨੇ ਵਿਸ਼ਰਾਮ ਕੀਤਾ ਸੀ। ਸਿੱਖ ਸੰਗਤਾਂ ਨੇ ਪੁੱਛਿਆ ਸੀ ਵੀ ਮਹਾਰਾਜ ਆਪ ਜੀ ਆਏ, ਜੀ ਆਇਆਂ ਨੂੰ, ਤੁਹਾਡਾ ਵੀ ਟਿਕਾਣਾ ਬਣਾਈਏ। ਸਤਿਗੁਰ ਕਹਿੰਦੇ ਸਾਡੇ ਨਾਲੋਂ ਵੱਡੇ ਆਉਣਗੇ, ਅਸਥਾਨ ਉਹਨਾਂ ਦੇ ਬਣਨਗੇ। ਗੁਰੂ ਗੋਬਿੰਦ ਸਿੰਘ ਨੂੰ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤੋਂ ਵੱਡਾ ਦੱਸਿਆ। ਤੇ ਅੱਜ ਜਦੋਂ ਜਾਂਦੇ ਹੋ ਦਰਸ਼ਨ ਕਰਿਆ ਕਰੋ ਇਹਨਾਂ ਚੀਜ਼ਾਂ ਦੇ ਜ਼ਰੂਰ ਗੁਰਮੁਖ। ਉੱਥੇ ਮਹਾਰਾਜ ਦੇ ਚਰਨ ਪਏ। ਚਲੋ ਜੋ ਵਿਚਾਰ ਚੱਲਦੀ ਹੈ ਭਲਾ ਹੀ ਕੀਤਾ ਹੈ। ਤੇ ਸਾਨੂੰ ਆਹ ਚੀਜ਼ਾਂ ਸਮਝਾਈਆਂ। ਕਹਿੰਦੇ ਰਾਮ ਭਗਤ ਹੀਏ ਆਨ,
ਛਾੜ ਦੇ ਤੈ ਮਨ ਕੋ ਮਾਨ। हे ਭਾਈ ਪ੍ਰਭੂ ਦਾ ਪਿਆਰਾ ਬਣ, ਪ੍ਰੇਮੀ ਬਣ, ਪ੍ਰਮਾਤਮਾ ਦਾ। ਭਗਤੀ ਨੂੰ ਆਪਣੇ ਮਨ ਵਿੱਚ ਲਿਆ ਤੇ ਮਨ ਦੀ ਹਉਮੈ ਛੱਡ ਦੇ। ਨਾਨਕ ਜਨ ਇਹ ਬਖਾਨ, ਜਗ ਮਹਿ ਬਿਰਾਜ ਰੇ। ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਸ ਸੰਸਾਰ ਅੰਦਰ ਆਪਣੀ ਦਿਨ ਕਟੀ ਕਰ ਲਾ। ਜਿੰਨਾ ਕੁ ਸਮਾਂ ਰਹਿਣਾ ਹੈ ਨਾ, ਇਸ ਤਰ੍ਹਾਂ ਜਿਉਂ ਜਿਵੇਂ ਦੱਸਿਆ। ਕਿਵੇਂ ਭਲਾ? ਪਰਮਾਤਮਾ ਦੀ ਭਗਤੀ ਆਪਣੇ ਹਿਰਦੇ 'ਚ ਲਿਆਈਏ, ਪ੍ਰਭੂ ਪ੍ਰਤੀ ਪ੍ਰੇਮ ਪੈਦਾ ਕਰੀਏ ਤੇ ਮਨ ਦੀ ਹਉਮੈ ਛੱਡੀਏ, ਸੇਵਾ ਕਰੀਏ ਸੰਸਾਰ ਦੀ। ਇਸ ਤਰ੍ਹਾਂ ਜਿਹੜੇ ਇਸ ਸੰਸਾਰ ਵਿੱਚ ਦਿਨ ਗੁਜ਼ਾਰਨਗੇ ਉਹਨਾਂ ਦਾ ਸੰਸਾਰ 'ਚ ਨਾਮ ਵੀ ਰਹਿ ਜੂ, ਉਹਨਾਂ ਦੀ ਪੂਜਾ ਵੀ ਹੋ ਜਾਣੀ ਹੈ ਤੇ ਸੰਸਾਰ ਤੇ ਆਉਣਾ ਸਫਲ ਵੀ ਹੋ ਜੂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਸਫਲ ਤੋਂ ਭਾਵ ਹੈ ਜਿਹੜੀ ਚੀਜ਼ ਦਾ ਫਲ ਮਿਲੇ ਗੁਰਮੁਖ। ਕਈਆਂ ਨੂੰ ਜ਼ਿੰਦਗੀ ਤਾਂ ਰੱਬ ਨੇ ਦਿੱਤੀ ਹੈ, ਮੈਨੂੰ ਮਾਫ ਕਰਿਓ, ਕਿਸੇ ਨੇ ਨਸ਼ਿਆਂ ਦੇ ਲੇਖੇ ਲਾਤਾ ਜੀਵਨ, ਕਿਸੇ ਨੇ ਨਿੰਦਿਆ ਚੁਗਲੀ ਕਰਕੇ ਲੜਾਈਆਂ ਹੀ ਪਾਈਆਂ, ਹੋਰ ਕੁਛ ਨਹੀਂ ਖੱਟਿਆ ਗੁਰਮੁਖ। ਕਿਸੇ ਨੇ ਦੂਜਿਆਂ ਵਿੱਚ ਔਗਣੀ ਦੇਖਿਆ ਵੀ ਫਲਾਣਾ ਇਦਾਂ ਦਾ, ਫਲਾਣਾ ਇਦਾਂ ਦਾ। ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਗੁਣ ਔਗਣ ਸਭ ਮਹਿ, ਇਨ ਬਿਨ ਜੰਤ ਨਾ ਕੋਏ। ਕਹਿੰਦੇ ਗੁਣ ਔਗਣ ਤਾਂ ਸਾਰਿਆਂ 'ਚ ਹੈਗੇ, ਪਰ ਭਾਈ ਔਗਣਾਂ ਦੀ ਸਾਂਝ ਨਾ ਕਰਿਆ ਕਰ, ਤੂੰ ਸਾਂਝ ਗੁਣਾਂ ਦੀ ਕਰਿਆ ਕਰ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਚੰਗੀਆਂ ਗੱਲਾਂ ਸਿੱਖ, ਹਰੇਕ ਵਿੱਚ ਚੰਗਾ ਗੁਣ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਸਥਾਨ ਤੇ ਬੈਠੇ ਆ, ਮਹਾਰਾਜ ਨੇ ਤਾਂ ਕੁੱਤੇ 'ਚੋਂ ਵੀ ਗੁਣ ਦੇਤਾ। ਕਹਿੰਦੇ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਸਵਾਨ ਨਾਮ ਹੈ ਕੁੱਤੇ ਦਾ ਗੁਰੂ ਸੰਸਕ੍ਰਿਤ ਵਿੱਚ। ਕਹਿੰਦੇ ਜਿਵੇਂ ਕੁੱਤਾ ਮਾਲਕ ਨੇ ਰੱਖਿਆ ਹੋਵੇ, ਉਹ ਮਾਲਕ ਦਾ ਘਰ ਨਹੀਂ ਛੱਡਦਾ। 2 ਰੋਟੀਆਂ ਪਾ ਦੋ, 4 ਪਾ ਦੋ, ਜਿੰਨੀ ਪਾ ਦੋਗੇ ਖਾ ਕੇ ਸਬਰ ਕਰ ਲੈਂਦਾ ਹੈ ਤੇ ਸਾਰੀ ਸਾਰੀ ਰਾਤ ਮਾਲਕ ਦੇ ਦਰ ਦਾ ਪਹਿਰਾ ਦਿੰਦਾ ਹੈ ਗੁਰਮੁਖ। ਤਾਂ ਕਿ ਹੈ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਜਿਵੇਂ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਇੱਕ ਗੁਣ ਹੋਰ ਵੀ ਹੈਗਾ, ਜਿਹੜੇ ਤਾਂ ਹੋਣ ਹੀ ਅਵਾਰਾ ਫਿਰਦੇ, ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ ਗੁਰਮੁਖ। ਪਰ ਜਿਹੜਾ ਮਾਲਕ ਨੇ ਪਾਲਿਆ ਹੋਵੇ ਨਾ, ਕਿਤੇ ਸੋਟੀ ਲੈ ਕੇ ਉਹਨੂੰ ਕੁੱਟਣ ਲੱਗ ਜਿਓ, ਉਹ ਤੁਹਾਨੂੰ ਵੱਢਦਾ ਨਹੀਂ, ਸਗੋਂ ਤੁਹਾਡੇ ਪੈਰਾਂ 'ਚ ਹੀ ਡਿੱਗੂ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਚਾਹੇ ਕਸੂਰ ਨਾ ਹੀ ਹੋਵੇ ਉਹਦਾ, ਉਹੀ ਕਿਤੇ ਪਰਤਿਆ ਕੇ ਵੇਖ ਲਿਓ, ਪਾਲਤੂ ਹੋਵੇ ਘਰ ਦਾ, ਸੋਟੀ ਚੱਕ ਲਿਓ, ਉਹ ਨਾਲੇ ਤਾਂ ਮਿੰਤਾਂ ਜੀਆਂ ਕਰੂ, ਨੇੜੇ ਨੇੜੇ ਮੂੰਹ ਲਾਊ, ਨਾਲੇ ਪੈਰਾਂ 'ਚ ਡਿੱਗੂ। ਤੇ ਹੁਣ ਆਪਣੇ ਵੱਲ ਦੇਖ ਲਓ, ਜਿੰਨਾ ਮਰਜ਼ੀ ਕਿਸੇ ਦਾ ਕਰ ਲਓ ਤੇ ਮਾੜਾ ਜਿਹਾ ਟੋਕ ਕੇ ਦੇਖ ਲਿਓ, ਅਗਲੇ ਦੀ ਚਾਹੇ ਗਲਤੀ ਹੋਵੇ, ਕੋਈ ਤਾਂ ਹੁੰਦਾ ਵੀ ਮੰਨਦਾ ਗੁਰਮੁਖੋ ਵੀ ਹਾਂ ਮੇਰੀ ਗਲਤੀ ਸੀ, ਜੇ ਮੈਨੂੰ ਕਿਹਾ ਤਾਂ ਮੈਂ ਇਹਨੂੰ ਸੁਧਾਰਾਂ, ਅੱਗੇ ਤੋਂ ਚੰਗਾ ਬਣਾ। ਤੇ ਨਹੀਂ ਤਾਂ ਗੱਲ ਨੂੰ ਹੀ ਪੈਂਦੇ ਆ ਵੀ ਤੂੰ ਕੌਣ ਹੁੰਨਾ ਮੈਨੂੰ ਕਹਿਣ ਵਾਲਾ। ਫਿਰ ਉਹੇ ਜਿਹਾਂ ਦੀ ਕਦਰ ਵੀ ਨਹੀਂ ਪੈਂਦੀ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੋਂ ਸਿੱਖਿਆ ਲੈ ਲਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇੱਕ ਮਨ ਇੱਕ ਚਿੱਤ ਹੋ ਕੇ ਭਜਨ ਕਰਿਆ ਕਰ। ਹੁਣ ਆਪਾਂ ਵਿਚਾਰ ਕਰਦੇ ਆ ਨਾ, ਆਪਾਂ ਦੁਖੀ ਹੁੰਨੇ ਆ ਵੀ ਫਲਾਣੇ ਨੂੰ ਬਹੁਤ ਕਹੀਦਾ, ਉਹ ਮੰਨਦਾ ਹੀ ਨਹੀਂ। ਕਈ ਵਾਰੀ ਸਾਡੀ ਵੀ ਗਲਤੀ ਹੁੰਦੀ ਹੈ ਗੁਰੂ। ਜਦੋਂ ਉਹ ਸਾਨੂੰ ਆਪਣਾ ਸਮਝਦਾ ਹੀ ਨਹੀਂ, ਉਹ ਮੰਨੂ ਵੀ ਕਿਉਂ ਗੁਰੂ? ਹੋ ਸਕਦਾ ਉਹਦਾ ਕਿਤੇ ਹੋਰ ਹੋਵੇ ਟਿਕਾਣਾ, ਉਹਦੀ ਸੋਚ, ਉਹਦੀ ਸੁਰਤ ਹੋਰ ਕਿਤੇ ਜੁੜੀ ਹੋਵੇ, ਉਹ ਫਿਰ ਆਪਣੀ ਸੁਣੂ ਵੀ ਕਿਉਂ ਗੁਰੂ? ਇਸ ਕਰਕੇ ਸ੍ਰੀ ਕ੍ਰਿਸ਼ਨ ਜੀ ਦਾ ਵੀ ਇੱਕ ਬਚਨ ਯਾਦ ਰੱਖਿਆ ਕਰੋ, ਬਾਲਾ ਵੀ ਨਾ ਦੁਨੀਆ ਨਾਲ ਮੱਥਾ ਮਾਰੋ। ਜੇ ਕੋਈ ਆਪਣੀ ਸੁਣਦਾ ਨਹੀਂ, ਆਪਾਂ ਕਿਉਂ ਆਪਣੇ ਸਵਾਸ ਗਵਾਈਏ ਗੁਰੂ? ਸ੍ਰੀ ਕ੍ਰਿਸ਼ਨ ਜੀ ਕਹਿੰਦੇ ਹੁੰਦੇ, ਕਹਿੰਦੇ ਬੋਲੋ ਉੱਥੇ ਜਿੱਥੇ ਤੁਹਾਡੇ ਬੋਲਾਂ ਦੀ ਕਦਰ ਪਵੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਨਹੀਂ ਤਾਂ ਗੁਰੂ ਨਾਨਕ ਮਹਾਰਾਜ ਵਾਲੀ ਗੱਲ ਹੋ ਜਾਂਦੀ ਹੈ, ਜਿਵੇਂ ਮੂਲੇ ਦੇ ਕੋਲੇ ਗਏ ਸਿਆਲਕੋਟ, ਬਾਣੀਆਂ ਸੀ ਗੁਰਮੁਖੋ ਭਾਈ ਮੂਲਾ।
ये उही मूला है जो महाराज ने मरदाना जी नूं भेजिया सी ना कि आ लै 2 आनियां दा सच ते झूठ खरीद के लिया। मरदाना जी कई दुकानां ते गए, भाई मूले नूं मिले, उन्हें पर्ची ते लिखता भी मरना सच है ते जिउणा झूठ है। सतगुर कहंदे भी बड़ा चंगा बंदा, इहनूं तां सच्चाई दा पता है। जिन्हों सच्चाई दा पता है इहनूं मिलना चाहिए। चलो कई बारी गए, वो भी महाराज की सेवा करदा सी, नाल रहा करे, पर जदों आया लास्ट समा उदों भी सतगुर कहंदे जा मरदानिया भाई मूले नूं लिया बुला के। पर वो अंदर घरे ही लुक गया। घर वाली कहंदी पिछे लुक जा बाबे आ गए, ये नहीं पता नाल ही लै जाण। ते उत्थे हुण चाहिदा तां इह सी मैं गुरु दी सुना, पर कोई कर्म इदां दा प्रगट होया, घर वाली दे कहे लग के पिछे लुक गया, घर दे जमा पिछवार ले। ते मरदाना जी 2 बारी बुलाउण आए, घर वाली ने बाहरों ही कहता वो है नहीं। तीजी बारी सतगुरु नानक आप गए, आवाज दिती मूले बाहर आ। कहंदी क्यों बारी बारी तंग कीता जदों तुहानूं कहता भी है नहीं। पातशाह कहंदे मरदानिया आपां तां करदे सी इहदा भला, पर इह तां अपनी गल पै गई। उदों फिर बचन लिखिआ नाल कराड़ां दोस्ती कूड़ा कूड़ी पाए। कहंदे करियाड़ नाल दोस्ती तां आपां पा लई, आए तां इहदा भला करन, आपां तां आपदी भी बेइज्जती कराई आ। आखो सतनाम श्री वाहिगुरू। नाल कराड़ां दोस्ती कूड़ा कूड़ी पाए, मरण ना जापै मूलिया। कहंदे असीं तां आए सी भी सत्संग करांगे, नाम जपांगे, तेरी मौत आऊ मुक्त हो जाएगा, पर तैं अपनी मौत नूं जाणिया ही नहीं। मरण ना जापै मूलिया, आवे किते था, ये नहीं पता कित्थे मौत आउणी है। गल उही होई, अंदर लुकिया बैठा सी ते लुके होए दे सप लड़ गया, उत्थे मर गया गुरु। फिर पछताउण रोण चक लियाए सके संबंधी महाराज कोले। आपां भी पिछे नहीं हाँ गुरमुख। हुण गल नूं समझ लियो। मूले नूं जदों लिआंदा चक के कहंदे जी थोड़ा सेवक सी, सिख सी, तुसीं बख्श दिओ इहनूं। पातशाह कहंदे ने हुक्म ही नहीं मन्निया, इहनूं बुलाया सी असीं। आनंद साहिब च एक बचन आउंदा तन मन धन, 3 चीज़ां ना। कहंदे धन भी दे दे, मन भी दे दे ते तन भी दे दे, पर गल तां बनू हुक्म मन्निया पाई है। हुण कई आके बह तां जांदे ऐ असीं थोड़े आ सेवक, पर हुक्म मनदे नहीं, फिर सेवक काहदा। इत्थे महाराज कहंदे ने हुक्म नहीं मन्निया। कहंदे जी फिर भी तुसीं कहंदे हो संगत वड्डी है। महाराज कहंदे ठीक है बख्शांगे तां जरूर, थोड़ा कहा भी नहीं मोड़दे, पर हुण इहनूं करनी दा फल भोगण दिओ, इहनूं 10वें जामे च बख्शांगे। आखो सतनाम श्री वाहिगुरू। फिर गुरु गोबिंद सिंह महाराज ने जिहड़ा जिथे गुरुद्वारा शिकार घाट बनिया ना हजूर साहब, वो शहे दी जून च पए होए मूले दा ही उधार कीता सी। आ भी जिहड़ी अरदास बेनती करी जाती है ना, जदों कोई भी प्राणी संसार तो जाता है, संगत विच आके आपां अरदासां करदे आ, इहदा मकसद यही है कि पातशाह जिवें मूले नूं बख्शिया सी, किरपा कर दिओ विछड़ी आत्मा नूं अपने चरनां च थां देना है। होइयां भुल्लां दी माफ़ी दे दिओ, समर्थ गुरुओं करिया करो अरदास गुरमुख। ये बिरथी नहीं जाती जदों एक मन एक चित होके करांगे। कहंदे है ना बिरथी कदे ना होवई जन की अरदास, बिरथी नहीं जाती। लो बोलियो सारे, बिरथी ना जावे जी कीती अरदास जनां दी, बिरथी ना जावे जी कीती अरदास जनां दी। बिरथी ना जावे जी कीती अरदास जनां दी, बिरथी ना जावे जी कीती अरदास जनां दी, बिरथी ना जावे जी कीती अरदास जनां दी, बिरथी ना जावे जी कीती अरदास जनां दी।
ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ 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 ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ। ਕਹਿੰਦੇ ਹੋਵੇ ਕੋਈ ਰੱਬ ਦਾ ਸੇਵਕ ਉਹਦੀ ਅਰਦਾਸ ਬਿਰਥੀ ਨਹੀਂ ਜਾਂਦੀ। ਪਾਤਸ਼ਾਹ ਨੇ ਮੂਲੇ ਦਾ ਵੀ ਉਧਾਰ ਤਾਂ ਕੀਤਾ, ਪਰ ਜਿਹੜੀ ਗੱਲ ਕਹਿ ਰਿਹਾ ਨਾ ਜਿੱਥੋਂ ਕਥਾ ਸ਼ੁਰੂ ਹੋਈ ਹੈ, ਜੇ ਕੋਈ ਨਹੀਂ ਮੰਨਦਾ ਬਾਲਾ ਵੀ ਉਹਨੂੰ ਕਹਿ ਕੇ ਆਪਦੀ ਬੇਇੱਜ਼ਤੀ ਕਰਵਾਉਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਸਵਾਸ ਆਪਣੇ ਵੀ ਕੀਮਤੀ ਹੈ ਗੁਰਮੁਖ ਪਿਆਰਿਓ। ਬਾਣੀ 'ਚ ਇਹ ਵੀ ਲਿਖਿਆ, ਕਹਿੰਦੇ ਮੂਰਖ ਹੈ ਨਾਲ ਨਾ ਲੁੱਝੀ ਹੈ। ਜਿਹੜਾ ਆਪਦੀ ਹੋਈ ਮੰਨਦੀ ਹੋਈ ਕਰੀ ਜਾਂਦਾ ਹੈ, ਸੁਣਦਾ ਹੀ ਨਹੀਂ ਕਿਸੇ ਵੱਡੇ ਵਡੇਰੇ ਦੀ, ਉਹਦੇ ਨਾਲ ਝਗੜਾ ਕਰਨਾ ਇਹ ਵੀ ਬਹੁਤ ਮਾੜਾ ਹੈ। ਕਿਉਂ ਆਪਣਾ ਸਮਾਂ ਗਵਾਈਏ? ਇਸ ਕਰਕੇ ਆਪਦੀ ਬਿਰਤੀ ਗੁਰੂ ਵਾਲੇ ਪਾਸੇ ਜੋੜੋ। ਹਾਂ, ਸਮਝਾਉਣਾ ਜ਼ਰੂਰ ਹੈ, ਪਰ ਜੇ ਕੋਈ ਨਹੀਂ ਮੰਨਦਾ ਤੇ ਉਹ ਆਪਣਾ ਕਰਮ ਆਪੇ ਭੋਗੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਜਨ ਇਹ ਵਖਾਨ ਜਗ ਮਹਿ ਬਰਾਜ ਰੇ। ਕਹਿੰਦੇ ਸੰਸਾਰ ਵਿੱਚ ਰਹਿਣਾ ਸਿੱਖ। ਕਿਵੇਂ ਰਹੀਏ? ਲਓ, ਇੱਕ ਕਥਾ ਮੈਂ ਤੁਹਾਡੇ ਨਾਲ ਸ਼ੁਰੂ ਕਰਨ ਲੱਗਾ ਸਾਂਝੀ। ਗੁਰੂ ਨਾਨਕ ਦਾ ਘਰ ਕਿੱਦਾਂ ਦਾ? ਗੁਰਮੁਖ ਜੇ ਆਪਾਂ ਕਹਿੰਦੇ ਆ ਨਾ ਅਸੀਂ ਗੁਰੂ ਦੇ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਕੱਲਾ ਕਹਿਣ ਤੋਂ ਨਾ ਪਤਾ ਲੱਗੇ ਵੀ ਮੈਂ ਗੁਰੂ ਦਾ ਸਿੱਖ ਹਾਂ। ਤੇਰੇ ਚਾਲ ਚੱਲਣ, ਤੇਰੇ ਜੀਵਨ ਤੋਂ ਪਤਾ ਲੱਗੇ ਇਹ ਵਾਕਈ ਗੁਰੂ ਦਾ ਸਿੱਖ ਹੈ। ਤੇ ਗੁਰੂ ਕਿੱਦਾਂ ਦੇ ਸੀ ਭਲਾ? ਇਹ ਕਥਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਇੱਕ ਤਾਂ ਗੁਰਮੁਖ ਪਿਆਰਿਓ, ਜਿਹੜਾ ਜਾਤ ਪਾਤ, ਊਚ ਨੀਚ ਤੇ ਧਰਮਾਂ ਦਾ ਰੌਲਾ ਪਾਇਆ ਹੋਇਆ ਹੈ, ਮਨਾਂ ਚੋਂ ਕੱਢਣਾ ਪੈਣਾ ਹੈ। ਇੱਥੇ ਸਭ ਤੋਂ ਵੱਡਾ ਧਰਮ ਹੈ ਸਾਡਾ ਇਨਸਾਨੀਅਤ। ਆਪਾਂ ਮਜ਼੍ਹਬਾਂ 'ਚ ਵੰਡੀਆਂ ਪਾ ਕੇ ਬਹਿ ਗਏ, ਆ ਹਿੰਦੂ ਹੈ ਜੀ, ਆ ਸਿੱਖ ਹੈ ਜੀ, ਆ ਮੁਸਲਮਾਨ ਹੈ। ਗੁਰੂ ਮਹਾਰਾਜ ਨੇ ਤਾਂ ਇਹਨਾਂ ਚੀਜ਼ਾਂ ਨੂੰ ਮੰਨਿਆ ਹੀ ਨਹੀਂ ਗੁਰਮੁਖੋ। ਇੱਥੇ ਤਾਂ ਭਾਵੇਂ ਕੋਈ ਮੁਸਲਮਾਨ ਹੈ, ਬਾਬਾ ਫਰੀਦ ਜੀ ਅੱਲਾ ਅੱਲਾ ਕਹਿੰਦੇ ਸੀ, ਕਹਿੰਦੇ ਆ ਜਾ ਤੂੰ ਵੀ ਸਾਡੇ ਬਰਾਬਰ ਬੈਠ ਆ ਕੇ। ਭਾਵੇਂ ਕੋਈ ਬ੍ਰਾਹਮਣ ਹੈ, ਬੇਣੀ ਜੀ ਜੈਦੇਵ ਜੀ ਬ੍ਰਾਹਮਣ ਸੀ, ਭਾਈ ਮਤੀ ਦਾਸ ਸਤੀ ਦਾਸ ਬ੍ਰਾਹਮਣਾਂ ਦੇ ਬੱਚੇ, ਰਾਮ ਰਾਮ ਕਹਿੰਦੇ ਸੀ। ਮੇਰੇ ਸਤਿਗੁਰ ਨੇ ਉਹਨਾਂ ਨੂੰ ਵੀ ਬਰਾਬਰ ਬਿਠਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਗੁਰਮੁਖ ਪਿਆਰਿਓ, ਵਾਹਿਗੁਰੂ ਵਾਹਿਗੁਰੂ ਕਹਿਣ ਵਾਲਿਆਂ ਦਾ ਵੀ ਭਲਾ ਕੀਤਾ ਤੇ ਰਾਮ ਰਾਮ ਕਹਿਣ ਵਾਲਿਆਂ ਦਾ ਵੀ ਕੀਤਾ, ਅੱਲਾ ਅੱਲਾ ਕਹਿਣ ਵਾਲਿਆਂ ਦਾ ਵੀ ਕੀਤਾ। ਬਰਾਬਰ ਬਿਠਾ ਲਿਆ। ਜੋੜੇ ਜੁੱਤੀਆਂ ਗੰਢਣ ਵਾਲੇ, ਜਿਹਨੂੰ ਦੁਨੀਆ ਕਹਿੰਦੀ ਸੀ ਰਵਿਦਾਸ ਚਮਾਰ, ਉਹਨੂੰ ਵੀ ਬਰਾਬਰ ਬਿਠਾਇਆ। ਚਲੋ ਇਹ ਤਾਂ ਫੇਰ ਵੀ ਭਗਤੀ ਕਰਦੇ ਸੀ, ਆਪਦੀ ਕਿਰਤ ਕਰਦੇ ਸੀ। ਬੱਕਰੇ ਵੱਢਣ ਵਾਲੇ ਮਹਾਰਾਜ ਸਾਧਨਾ ਜੀ, ਉਹਨਾਂ ਤੋਂ ਵੀ ਨਫ਼ਰਤ ਨਹੀਂ ਕੀਤੀ। ਕਹਿੰਦੇ ਜਿੰਨਾ ਚਿਰ ਨਹੀਂ ਸੀ ਗਿਆਨ, ਠੀਕ ਹੈ ਗਲਤੀਆਂ ਕੀਤੀਆਂ, ਕਰਮ ਸੀ ਇਹਦਾ, ਪਰ ਹੁਣ ਭਗਤੀ ਕੀਤੀ ਹੈ, ਆ ਜਾ ਤੈਨੂੰ ਵੀ ਬਰਾਬਰੀ ਬਿਠਾਉਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂ, ਮਨ ਦੇਖਿਆ ਵੀ ਮਨ ਚ ਕੀ ਹੈ। ਕਈ ਉਹ ਵੀ ਸੀ ਜਿਹੜੇ ਕਹਿੰਦੇ ਸੀ ਅਸੀਂ ਰੱਬ ਦੇ ਪੁਜਾਰੀ ਆ, ਪਰ ਮਨ ਚ ਵੈਰ ਨਹੀਂ ਸੀ ਨਿਕਲਿਆ ਗੁਰੂ। ਜਿਵੇਂ ਮਹਾਰਾਜ ਧੰਨਾ ਜੀ ਦੀ ਕਥਾ ਸੁਣਦੇ ਹੀ ਰਹਿੰਦੇ ਹੋ। ਪੰਡਤ ਕੋਲੇ ਗਏ, ਤਰਲੋਚਨ ਕੋਲੇ, ਕਹਿੰਦੇ ਪੰਡਤ ਜੀ ਮੈਂ ਤੁਹਾਡੇ ਤੋਂ ਸੁਣਿਆ ਵੀ ਠਾਕੁਰ ਕੰਮ ਸਵਾਰਦਾ, ਸੇਵਕਾਂ ਦੇ ਇੱਕ ਮੈਨੂੰ ਵੀ ਦੇ ਦੇ। ਉਹਦੇ ਮਨ ਚ ਆ ਗਿਆ ਖੋਟ ਗੁਰਮੁਖ, ਉਹੀ ਚੱਕ ਕੇ ਪੱਥਰ ਦੇਤਾ ਗੁਰਮੁਖ। ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਈ। ਭਾਈ ਗੁਰਦਾਸ ਜੀ ਨੇ ਲਿਖਿਆ ਗੈਲ ਛਡਾਉਣੀ ਕਹਿੰਦੇ ਆ ਪਿੱਛਾ ਛਡਾਉਣਾ। ਪਹਿਲਾਂ ਉਹ ਤੋਂ ਗਾਵਾਂ ਮੰਗ ਲੀਆਂ, ਉਹ ਵੀ ਉਹ ਦੇ ਗਿਆ।
पर जिद कर ली सी धन्ने ने भी मैनूं तां ठाकर जरूर दे। ते ਉਹ ਤਰਲੋਚਨ ने फिर पिछा छड़ाया सी, ऊई ਚੱਕ के पत्थर फड़ाता, सच नहीं दसिया भी गल की है। ਤਾਂ देख लो फिर धन्ने नूं तां भगवान मिल गए गुरु। ते एक दिन ਤਰਲੋਚਨ आके कहंदा धन्निया मैनूं भी किते दर्शन करा दे। धन्ना जी ने रब नूं कहा भी परमात्मा इनू भी दर्शन दे दो, मेरा गुरु है। इसे नहीं दस पाई सी महाराज कहंदे इनू दर्शन नहीं देने, क्योंकि इन्हें भोले भाले बंदे नाल भी धोखा कीता। आखो सतनाम श्री वाहेगुरु। जेड़ा गुरु ग्रंथ साहिब च नाम आउंदा ना ਤਰਲੋਚਨ जी दा, बाणी आउंदी है महाराज ਤਰਲੋਚਨ दी, वो तां इधर होया बंबई दे, किते ना समझ लियो भी ਉਹੀ ਤਰਲੋਚਨ सी। वो होर ने गुरु। जिन्ना चिर साडे मनां चों मैल नहीं ना निकली, चाहे जिन्ना मर्जी धर्मी होने का विखावा कर लीए, कख पल्ले नहीं पैना। लो गुर इतिहास विचों एक कथा कहन लगा, ध्यान नाल समझना तुसीं भी ते मैं भी गुरु। महाराज किरपा करे जो कहने आ हिरदे च साडे भी वसे, अरदास करया करो तां गल बननी। अपने धर्म दा क्यों सत्कार है? अज देशां विदेशां विच सिख धर्म नूं उत्तम मन्निया जांदा है। इहदे विच एक गुण है भी ये किसे तो नफरत नहीं करता धर्म अपना, किसे नाल कोई वैर नहीं। ते जदों भी किसे ते दुख तकलीफ आउंदी है, साडे अंदर दया पैदा हुंदी है। दया पंज प्यारे महाराज ने साजे, जदों पहले नंबर ते दया राम जी आए, सतगुर बहुत खुश होए। कहंदे जेड़ा धर्म अज पैदा करन लग्या ना, संपूर्ण करन लग्या, ये कायम तां रहू जे सब तो पहला दया होगी। आखो सतनाम श्री वाहेगुरु। छेवें पातशाह गुरु हरगोबिंद साहब जी का समा सी गुरु। गुरु अर्जन देव की शहीदी तो बाद जदों छेवें पातशाह ने श्री अकाल तख्त साहब की रचना की, ते चंदू नूं इस गल का बहुत दुख लग्या कि गुरु अर्जन देव नूं तां मैं करता शहीद, नाल दे सिखां ने जाके सारा कुछ दस भी दिता भी इदां इदां होया। हुण गुरु अर्जन देव दा सपुत्र फौजां इकट्ठियां करन लग गया। उन्हें सिखां नूं चकातियां तलवारां, तख्त भी बना लिया श्री अकाल तख्त साहिब। जे इहनूं ना रोकिया आने वाले टाइम च मेरी खैर नहीं कहना। आप तो कर बहिंदा बंदा मगरों ना, फिर वो पछताउंदा ही रहिंदा गुरमुख। उन्हें की कीता, फिर ब्योंत बनाई। इतिहास तो लंबा है पर समझ लियो, सियाने बैठे हो। जहांगीर बादशाह बीमार सी, बहाने नाल गुरु हरगोबिंद साहब जी नूं सद लिया दिल्ली। उथे ज्योतिषी तो कहाता भी बादशाह तुसी तां ठीक होवोगे जे कोई नवी उम्र दा फकीर सच्चा सुच्चा होवे ते ग्वालियर दे किले च तप करे। जहांगीर कहंदा फिर लभो इदां दा कौन है। चंदू ने तां नाल दी नाल कहता भी आ देखो छेवें पातशाह, इन्हां नालों सच्चा कौन है। तप करन दे बहाने भेजे सी ग्वालियर गुरमुख, ते चाहुंदा जहांगीर भी सी। गुरु घर नूं तां झूठ दी दुकान ही दसदा हुंदा सी। लिख के गया जहांगीर भी आप, कहंदा झूठ दी दुकान मैं चाहुंदा सी किवें ना किवें नूं बंद कीता जावे। आखो सतनाम श्री वाहेगुरु। गुरमुख प्यारिओ, ग्वालियर दे किले लै गए ते सिख संगतां ਜਿਹੜੀਆਂ महाराज दे दर्शन करन चाहुंदियां सी, ਇਹ भी जथियां दे रूप च जांदे सी। कई ग्वालियर दे किले दी परिक्रमा करके मोड़े आउंदे। गुरमुख सिखां दा प्यार सी, जाना ही जाना सी। क्यों स्नेह हुंदा गुरमुख प्यारे। उथे कश्मीर दे विच एक मुसलमान फकीर होया है, कट्टू शाह गुरमुख। मैं गल इत्थों शुरू की है भी अपने धर्म विच मजहबां दा ऊच नीच दा भेदभाव मिटा के रखिया, आपां नूं भी नहीं रखना चाहिए।
खत्म करो ये चीज़ां। सब तो वड्डा धर्म है इंसानियत साडी। हुण कट्टू फकीर अल्लाह अल्लाह जपदा है, समझ लगी कि संसार विच अल्लाह प्रगट हो गया। छेवें पातशाह गुरु हरगोबिंद साहब दुनिया नूं तारदे है, समाधि ला के बहिंदा ते महाराज दे दर्शन हुंदे गुरमुख। जिद्दे नूं पता लग गया भी छेवें पातशाह नूं तां ग्वालियर दे किले च कैद करता, इन्ना दुख मनाया, मंजे ते पैना छड्डता गुरमुख। कहंदा मेरे गुरु नूं करती जेल, उन्हां नूं किहड़ा उत्थे सुख सहूलत मिलदी होनी है। हुण जेलां च तुहानूं पता ही है किन्नियां सहूलत है। कहंदा जिन्हों मैं अपना गुरु आदर्श मनदा, अल्लाह मनदा, वो होवे जेल च ते असी पलंघां ते सुख नाल पईए तां मना चंगी गल नहीं। कोई कोई हुंदा जिहड़ा दूजे दा दुख देख के मन पिघलदा जीदा गुरु, ते नहीं तां आपां कहने सानू की है जो मर्जी होई जावे। साध संगत जी कट्टू फकीर बहुत रोया, मंजे ते पैना छड्डता, खाना पीना भी घट ही खांदा है, दुख बहुत होया करे। कईयां ने कहना कट्टू शाह फकीर जी तुहानू की हो गया? कहंदा मैनू बहुत दुख है। कहंदे तुसीं तां फकीर हो, तुहानू काहदा दुख? कहंदा दुख इस गल दा मेरे सतगुरु हरगोबिंद साहब नू जेल हो गई ते लैके भी ग्वालियर दे किले च गए आ, सुनिया उत्थों तां जिहड़ा गया वो जिउंदा बाहर ही नहीं आउंदा। मेरे मन च तां चा सी मैं सच्चे पातशाह दे दर्शन करूं। आखो सतनाम श्री वाहेगुरु। मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां, मैं तां मन मंदिर विच लाइयां ने तस्वीरां तेरियां। रोज अरदासां करदा, भुखा तिहाया रहना शुरू करता। ते प्यारिओ इतिहास विच लिखिया है जदों छेवें पातशाह गुरु हरगोबिंद साहब ग्वालियर दे किले चों रिहा होए, उदों बाद अमृतसर आए। कुछ दिन ही रहे, फिर छेती तैयारी कर ली, कहंदे चलो चलिए। कश्मीर गए सी। कश्मीर घाटी दे विच शहर पैंदा बारामूला गुरु, उत्थे चले गए। दीवान सजना शुरू हो गया। 14 दीवान लाए गुरु हरगोबिंद साहब, 12 दीवान लग चुके सी। ते जिथों दी संगत जाया करे ना, कट्टू शाह फकीर मुसलमान रहिंदा सी नग्न अवस्था विच, ते जिथों दी संगत जांदी राह च लिटिया करे गुरु रस्ते च। कईयां ने कहना जिन्हां नूं पता सी वो कहंदे कट्टू शाह किद्दें दा तां रोंदा हुंदा सी भी मेरे गुरु नूं जेल हो गई। हुण वो गुरु साहब आए ने ते जाके दर्शन कर लै। असी तां रोज जाने आ। कट्टू शाह फकीर कहंदा मैं तां जावां जी वो मेरे हिरदे च ना होवे।
ਮਿਲਣ ਤਾਂ ਉਹਨੂੰ ਜਾਈਦਾ ਨਾ ਜਿਹੜਾ ਦੂਰ ਹੋਵੇ, ਮੇਰੇ ਤਾਂ ਬਹੁਤ ਨੇੜੇ ਨੇ। ਕਹਿੰਦਾ ਤੁਸੀਂ ਆਪਣੇ ਆਪ ਨੂੰ ਦੋ ਸਮਝਦੇ ਹੋ, ਅਸੀਂ ਤਾਂ ਇੱਕ ਹੋ ਗਏ। ਗੱਲਾਂ ਸੁਣ ਸੁਣ ਲੋਕ ਹੱਸਿਆ ਕਰਨ, ਕਿਉਂਕਿ ਇਹਨੂੰ ਗੁਰੂ ਦੀ ਖਬਰ ਸੀ, ਪਰ ਇਹਦੀ ਦੁਨੀਆ ਨੂੰ ਖਬਰ ਨਹੀਂ ਸੀ। ਗੁਰੂ ਕਹਿਣਾ ਆ ਜਾ ਲੈ ਚੱਲੀਏ, ਕਹਿੰਦਾ ਮੈਂ ਰਹਿਣਾ ਨਗਨ ਅਵਸਥਾ ਵਿੱਚ, ਗੁਰੂ ਦੀ ਮਰਿਆਦਾ ਨੂੰ ਮੈਂ ਭੰਗ ਨਹੀਂ ਕਰਨਾ ਚਾਹੁੰਦਾ। ਆਪਣੇ ਵਾਲਾ ਕੰਮ ਨਹੀਂ ਸੀ, ਅਸੀਂ ਜਾਣ ਜਾਣ ਪੰਗੇ ਲਵਾਂਗੇ ਗੁਰੂ, ਪਰ ਮਨ ਸੱਚਾ ਰੱਖਿਆ ਕਰੋ, ਕਿਰਪਾ ਹੋ ਜਾਂਦੀ ਹੈ ਗੁਰੂ। ਐਵੇਂ ਨਾ ਬਾਹਲਾ ਵੈਰ ਵਿਰੋਧ ਚ ਪਿਆ ਕਰੋ। ਠੀਕ ਹੈ, ਜ਼ਿੰਦਗੀ ਚ ਭੁੱਲਾ ਚੁੱਕਾ ਹਰੇਕ ਤੋਂ ਹੁੰਦੀਆਂ, ਚੰਗੇ ਮਾੜੇ ਸਮੇਂ ਆਉਂਦੇ ਰਹਿੰਦੇ ਐ, ਇਹ ਨਹੀਂ ਵੀ ਮਨਾਂ ਚ ਵੈਰ ਹੀ ਪਾਈ ਰੱਖੀਏ। ਗੁਰੂ ਬਖਸ਼ਣਾ ਖਿਮਾ ਕਰਨੀ ਵੀ ਸਿੱਖਣੀ ਹੈ। ਇਹ ਕਹਿੰਦਾ ਗੁਰੂ ਘਰ ਦੀ ਮਰਿਆਦਾ ਹੋਰ ਹੈ, ਮੈਂ ਜਾਣਾ ਨਹੀਂ। ਕਹਿੰਦੇ ਫਿਰ ਉਦੋਂ ਦਾ ਤਾਂ ਰੋਂਦਾ ਹੁੰਦਾ ਸੀ, ਮੇਰੇ ਗੁਰੂ ਨੂੰ ਜੇਲ੍ਹ ਹੋ ਗਈ। ਕਹਿੰਦਾ ਕੋਈ ਗੱਲ ਨਹੀਂ, ਤੁਹਾਨੂੰ ਲੱਗਦਾ ਦੂਰ, ਪਰ ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ, ਦਿਲ ਵਿੱਚ ਪਿਆਰਾ ਬਹਿ ਗਿਆ, ਮੇਰੇ 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 ਦਿਲ ਵਿੱਚ ਪਿਆਰਾ ਬਹਿ ਗਿਆ, ਦਿਲ ਵਿੱਚ ਪਿਆਰਾ ਬਹਿ ਗਿਆ, ਦਿਲ ਵਿੱਚ ਪਿਆਰਾ ਬਹਿ ਗਿਆ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ। ਮੈਂ ਆਸਾ ਕਰ ਕਰ ਜੀਵਾਂ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ, ਦਿਲ ਵਿੱਚ ਪਿਆਰਾ ਬਹਿ ਗਿਆ। ਮੈਂ ਆਸਾ ਕਰ ਕਰ ਜੀਵਾਂ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ। ਮੈਂ ਆਸਾ ਕਰ ਕਰ ਜੀਵਾਂ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ, ਮੇਰੇ ਦਿਲ ਵਿੱਚ ਪਿਆਰਾ ਬਹਿ ਗਿਆ। ਮੇਰੇ ਤਾਂ ਹਿਰਦੇ 'ਚ ਰੱਬ ਵਸਦਾ। ਕਹਿੰਦੇ ਚਲੋ ਜਾਣ ਵਾਲੇ ਲੰਘੀ ਗਏ ਐ, ਤੇ ਕਈ ਨਾ ਗੁਰਮੁਖ ਪਿਆਰਿਓ ਨਫ਼ਰਤ ਕਰਨ ਲੱਗ ਗਏ। ਇੱਕ ਸ਼ਹਿਦ ਦਾ ਵਪਾਰੀ, ਉਹਨੇ ਛੋਟੀ ਮੱਖੀ ਦਾ ਸ਼ਹਿਦ ਚੋਇਆ ਤੇ ਮਨ 'ਚ ਸ਼ਰਧਾ ਆ ਗਈ। ਕਹਿੰਦਾ ਇਹ ਸ਼ਹਿਦ ਬਹੁਤ ਚੰਗਾ ਹੈ, ਇਹ ਮੈਂ ਲੈ ਕੇ ਜਾਵਾਂ। ਚੈੱਕ ਵੀ ਕੀਤਾ, ਬੁਰਕੀ ਲਵੇੜ ਕੇ ਨਾ ਸ਼ਹਿਦ ਵਿੱਚ ਕੁੱਕਰ ਨੂੰ ਪਾਈ ਤੇ ਕੁੱਕਰ ਨੇ ਖਾਧੀ ਨਾ। ਇਹ ਤੁਹਾਨੂੰ ਵੀ ਦੱਸ ਦਿੰਦੇ ਆ, ਵੈਦਿਕ ਨੁਕਤਾ ਹੈ। ਸ਼ਹਿਦ ਵੇਚਣ ਵਾਲੇ ਇੱਥੇ ਬਥੇਰੇ ਆਉਂਦੇ ਆ। ਜੇ ਪਰਖ ਕਰਨੀ ਹੋਵੇ ਨਾ ਵੀ ਮਿਲਾਵਟ ਤਾਂ ਨਹੀਂ, ਜਿਹੜਾ ਸ਼ੁੱਧ ਸ਼ਹਿਦ ਹੈ ਇਹਨੂੰ ਕਦੇ ਕੁੱਤਾ ਨਹੀਂ ਖਾਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਕਪੂਰ ਦੀ ਟਿੱਕੀ ਹੈ ਤਾਂ ਬਹੁਤ ਮਹਿੰਗੀ। ਕਹਿੰਦੇ ਕਾਂ ਨੂੰ ਕਪੂਰ ਚੰਗਾ ਨਹੀਂ ਲੱਗਦਾ, ਜੇ ਪਤਾ ਲੱਗ ਜੇ ਇੱਥੇ ਕਪੂਰ ਆ, ਕਾਂ ਪਿੰਡੀ ਛੱਡ ਜਾਂਦਾ ਗੁਰੂ। ਇਸ ਤਰ੍ਹਾਂ ਸ਼ੁੱਧ ਸ਼ਹਿਦ ਕਦੇ ਕੁੱਤਾ ਨਹੀਂ ਖਾਊ, ਪਰਖ ਲਿਆ ਕਰੋ। ਉਹ ਚੰਗਾ ਸੀ ਸ਼ਹਿਦ ਛੋਟੀ ਮੱਖੀ ਦਾ, ਤੇ ਵਪਾਰੀ ਨੇ ਗੜਬਾ ਭਰ ਲਿਆ। ਕਹਿੰਦਾ ਛੇਵੇਂ ਪਾਤਸ਼ਾਹ ਨੂੰ ਭੇਟਾ ਦੇਣੀ ਹੈ। ਜਦੋਂ ਲੰਘਿਆ ਜਾਂਦਾ ਸੀ ਰਸਤੇ ਵਿੱਚ ਕੱਟੂ ਫਕੀਰ ਮਿਲ ਗਏ। ਉਹਨੇ ਪੁੱਛ ਲਿਆ ਵੀ ਵਪਾਰੀਆ ਕੀ ਲਈ ਜਾਣਾ? ਕਹਿੰਦਾ ਵੀ ਮੇਰੇ ਕੋਲੇ ਸ਼ਹਿਦ ਹੈ। ਕਿੱਥੇ ਚੱਲੇ ਆ? ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣਾ, ਜਾ ਕੇ ਭੇਟਾ ਕਰਨੀ। ਕੱਟੂ ਫਕੀਰ ਕਹਿੰਦਾ ਮੈਂ ਤਾਂ 2 ਦਿਨ ਹੋ ਗਏ ਕੁਛ ਖਾਦਾ ਵੀ ਨਹੀਂ, ਤੇ ਐ ਕਰ ਇੱਕ ਲੱਪ ਸ਼ਹਿਦ ਦੀ ਮੈਨੂੰ ਹੀ ਦੇ ਦੇ। ਉਹ ਵਪਾਰੀ ਕਹਿੰਦਾ ਐ ਕਿਵੇਂ ਦੇ ਦਿਆਂ ਤੈਨੂੰ? ਇਹ ਤਾਂ ਮੈਂ ਗੁਰੂ ਮਹਾਰਾਜ ਨੂੰ ਭੇਟਾ ਕਰਨਾ, ਜਾ ਕੇ ਮਸਾਂ ਚੋਇਆ, ਬੜਾ ਸੋਹਣਾ ਪੁਣ ਕੇ ਗੜਬੇ ਚ ਪਾਇਆ। ਮੇਰੀ ਤਾਂ ਸ਼ਰਧਾ, ਮੈਂ ਮਹਾਰਾਜ ਨੂੰ ਭੇਟਾ ਕਰਨਾ। ਉਹ ਕਹਿੰਦਾ ਇੱਕ ਲੱਪ ਦੇ ਦੇ। ਵਪਾਰੀ ਕਹਿੰਦਾ ਨਹੀਂ ਦੇਣੀ। ਕਹਿੰਦਾ ਐ ਕਰ, ਜੇ ਲੱਪ ਨਹੀਂ ਦੇਣੀ 2-4 ਤੁਮਕੇ ਹੀ ਤਲੀ ਤੇ ਰੱਖ ਜਾ। ਜਵਾਬ ਹੀ ਦੇਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਮੈਂ ਤੈਨੂੰ ਇੱਕ ਤੁਮਕਾ ਵੀ ਸ਼ਹਿਦ ਦਾ ਨਹੀਂ ਦੇਣਾ, ਮੈਂ ਗੁਰੂ ਜੀ ਨੂੰ ਭੇਟਾ ਕਰਨਾ ਹੈ। ਕੱਟੂ ਫਕੀਰ ਨੇ ਚਰਨ ਫੜ ਲਏ। ਕਹਿੰਦਾ 2-4 ਤੁਮਕੇ ਦੇ ਦੇ ਮੈਨੂੰ,
ਵਪਾਰੀ ਕਹਿੰਦਾ ਨਹੀਂ ਦੇਣਾ, ਸਗੋਂ ਕੱਟੂ ਫਕੀਰ ਨੂੰ ਧੱਕਾ ਮਾਰਿਆ, ਅੱਗੇ ਤੁਰ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਕਥਾ ਤੁਸੀਂ ਸੁਣ ਰਹੇ ਹੋ, ਸਭ ਤੋਂ ਵੱਡਾ ਧਰਮ ਹੈ ਸਾਡਾ ਇਨਸਾਨੀਅਤ। ਗੁਰਮੁਖੋ ਦੇਖੋ, ਦਾਨ ਪੁੰਨ ਕਰ ਲੋ, ਗੁਰਦੁਆਰਾ ਸਾਹਿਬ ਮੱਥਾ ਟੇਕ ਲੋ, ਮੰਦਿਰ 'ਚ ਟੇਕ ਲੋ, ਮਸੀਤਾਂ 'ਚ ਟੇਕ ਲੋ, ਜਿੱਥੇ ਤੁਹਾਡਾ ਧਰਮ ਕਹਿੰਦਾ ਜਾਓ। ਅਸੀਂ ਨਹੀਂ ਕਹਿਣਾ ਵੀ ਨਾ ਜਾਓ, ਕਿਉਂ ਧਰਮ ਹੈ ਆਪੋ ਆਪਣਾ। ਪਰ ਮਹਾਰਾਜ ਕਹਿੰਦੇ ਜੇ ਤੂੰ ਚਾਹੁੰਦਾ ਹੈ ਨਾ ਮੇਰਾ ਸਤਿਕਾਰ ਹੋਵੇ ਤਾਂ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਾਹ ਬੈਸਣ ਪਾਈ। ਰੱਬ ਦੀ ਦਰਗਾਹ ਵਿੱਚ ਤੈਨੂੰ ਥਾਂ ਤਾਂ ਮਿਲੂ, ਤਾਂ ਵਾਸਾ ਹੋਊ ਉੱਥੇ, ਜੇ ਤੂੰ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵੀ ਸੇਵਾ ਕਰੇਗਾ। ਜਿਵੇਂ ਹੁਣ ਪਿੱਛੇ ਕਰੋਨਾ ਦੀ ਮਹਾਮਾਰੀ ਆਈ, ਦਿਲ ਖੋਲ ਕੇ ਦੁਨੀਆ ਜਿਨ੍ਹਾਂ ਕੋਲੇ ਸੀਗਾ ਭੰਡਾਰੇ ਵੰਡ ਤੇ ਗੁਰਮੁਖ ਪਿਆਰੋ, ਕਿਉਂਕਿ ਸਾਡੇ ਗੁਰੂ ਮਹਾਰਾਜ ਸਿਖਾ ਕੇ ਗਏ ਇਹ ਚੀਜ਼ਾਂ। ਜਦੋਂ ਵੀ ਕਿਸੇ ਤੇ ਵਿਪਤਾ ਆ ਜੇ, ਜਿਹੇ ਜੀ ਹੈਗੀ ਆ ਉਹੇ ਜੀ ਤਾਕਤ ਦੁਨੀਆ ਨੂੰ ਜ਼ਰੂਰ ਵੰਡੋ। ਅੰਨ ਪਾਣੀ ਦੇ ਸਕਦੇ ਹੋ ਉਹ ਵੰਡ ਦਿਓ, ਮਾਇਆ ਦੇ ਦਿਓ, ਕੋਈ ਵਸਤਰ ਪਏ ਆ ਉਹ ਦੇ ਦਿਓ, ਜਿੱਦਾਂ ਵੀ ਹੋ ਜੇ ਸੇਵਾ ਕਰਨੀ ਚਾਹੀਦੀ ਹੈ। ਜੇ ਕਿਸੇ ਕੋਲੇ ਗਿਆਨ ਹੈ ਉਹ ਵੀ ਜ਼ਰੂਰ ਵੰਡਿਆ ਕਰੋ। ਗੁਰੂ ਅੱਜ ਕੱਲ ਪੜ੍ਹ ਲਿਖ ਤਾਂ ਬੱਚੇ ਬਹੁਤ ਗਏ, ਤੇ ਮੇਰੀ ਬੇਨਤੀ ਹੈ ਗੁਰਬਾਣੀ ਵੀ ਪੜ੍ਹਿਆ ਕਰੋ। ਜੇ ਕੋਈ ਅਨਪੜ੍ਹ ਹੈ ਉਹਦੀ ਨਰਾਦਰੀ ਨਹੀਂ ਕਰਨੀ, ਕੋਸ਼ਿਸ਼ ਕਰਿਆ ਕਰੋ ਜਿਹੜੇ ਤੁਹਾਨੂੰ ਆਉਂਦੇ ਆ 2-4 ਸ਼ਬਦ ਉਹਨੂੰ ਸਿਖਾਓ। ਇਹ ਸਾਰਿਆਂ ਤੋਂ ਵੱਡਾ ਪੁੰਨ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੁਣ ਗੁਰਮੁਖ ਪਿਆਰਿਓ, ਕੱਟੂ ਫਕੀਰ ਨੂੰ ਧੱਕਾ ਮਾਰਿਆ, ਵਪਾਰੀ ਨੇ ਤੁਰ ਗਿਆ ਅੱਗੇ, ਕਹਿੰਦਾ ਮੈਂ ਤੈਨੂੰ ਨਹੀਂ ਸ਼ਹਿਦ ਦੇਣਾ। ਉਹ ਕਹਿੰਦਾ ਤੇਰੀ ਮਰਜ਼ੀ। ਗਿਆ ਗੁਰਮੁਖ। ਛੇਵੇਂ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ, ਉੱਚੇ ਆਸਣ ਤੇ ਪਾਤਸ਼ਾਹ ਵਿਰਾਜਮਾਨ, ਐਂ ਸੰਗਤ ਬੈਠੀ, ਇੱਕ ਪਾਸੇ ਮਾਈਆਂ ਇੱਕ ਪਾਸੇ ਭਾਈ ਬੈਠੇ ਐ। ਤੇ ਉਸ ਵੇਲੇ ਗੁਰਮੁਖ ਪਿਆਰਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਗੜਵਾ ਰੱਖਤਾ, ਗੁਰਮੁਖ ਪਿਆਰਿਓ, ਜਦੋਂ ਜਾ ਕੇ ਵਪਾਰੀ ਨੇ ਗੜਵਾ ਭੇਟਾ ਕੀਤਾ, ਮਹਾਰਾਜ ਕਹਿੰਦੇ ਵਪਾਰੀਆ ਕੀ ਲੈ ਕੇ ਆਇਆ? ਕਹਿੰਦਾ ਜੀ ਤੁਹਾਡੇ ਵਾਸਤੇ ਸ਼ਹਿਦ ਲੈ ਕੇ ਆਇਆ, ਛੋਟੀ ਮੱਖੀ ਦਾ ਸ਼ਹਿਦ ਹੈ, ਮੈਨੂੰ ਮਸਾਂ ਮਿਲਿਆ ਤੇ ਮੇਰੀ ਸ਼ਰਧਾ ਸੀ ਮੈਂ ਆਪ ਜੀ ਨੂੰ ਭੇਟਾ ਕਰਨਾ। ਸਾਰੀ ਸੰਗਤ ਬੈਠੀ ਸੀ। ਮਹਾਰਾਜ ਕਹਿੰਦੇ ਲਿਆ ਫਿਰ। ਤੇ ਜਦੋਂ ਗੜਵੇ ਤੋਂ ਢੱਕਣ ਲਾਇਆ ਨਾ ਗੁਰਮੁਖੋ, ਸਾਰੇ ਦਰਬਾਰ ਵਿੱਚ ਗੰਦੀ ਹਵਾ ਫੈਲ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁਸ਼ਕ ਮਾਰੇ, ਸਾਰਿਆਂ ਨੇ ਮੂੰਹ ਤੇ ਪੱਲੇ ਲੈ ਲਏ। ਛੇਵੇਂ ਪਾਤਸ਼ਾਹ ਕਹਿੰਦੇ ਵਪਾਰੀਆ ਤੂੰ ਤਾਂ ਕਹਿੰਦਾ ਸੀ ਮੈਂ ਸ਼ਹਿਦ ਲੈ ਕੇ ਆਇਆ, ਕੀ ਚੱਕੀ ਫਿਰਦਾ ਹੈ? ਜਦੋਂ ਉਹਨੇ ਸ਼ਹਿਦ ਦੇ ਵਿੱਚ ਮਾਰੀ ਨਿਗਾਹ, ਦੇਖਿਆ ਗੜਵੇ ਦੇ ਵਿੱਚ, ਕਹਿੰਦੇ ਕੀੜੇ ਪਏ ਹੋਏ, ਸਾਰਾ ਹੀ ਸ਼ਹਿਦ ਖਰਾਬ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜਾ ਪਛਤਾਉਂਦਾ ਹੈ, ਕਹਿੰਦਾ ਮਹਾਰਾਜ ਮੈਂ ਤਾਂ ਸ਼ਹਿਦ ਹੀ ਲਿਆਂਦਾ ਸੀ, ਪਤਾ ਨਹੀਂ ਕੀ ਹੋ ਗਿਆ, ਰਾਤ ਵੀ ਪੁਣ ਕੇ ਪਾਇਆ, ਸਵੇਰੇ ਵੀ ਦੇਖ ਕੇ ਲਿਆਂਦਾ, ਇਹ ਖਰਾਬ ਕਾਹਤੋਂ ਹੋ ਗਿਆ? ਕਹਿੰਦਾ ਮਹਾਰਾਜ ਇਹ ਤਾਂ ਮੈਨੂੰ ਵੀ ਨਹੀਂ ਪਤਾ ਲੱਗਦਾ, ਹਾਲਾਂਕਿ ਸ਼ਹਿਦ ਤਾਂ ਜਿੰਨਾ ਪੁਰਾਣਾ ਹੋਵੇ ਚੰਗਾ ਮੰਨਿਆ ਜਾਂਦਾ, ਖਰਾਬ ਹੀ ਨਹੀਂ ਹੁੰਦਾ। ਇਹ ਕਿਉਂ ਹੋ ਗਿਆ? ਸਤਿਗੁਰ ਕਹਿੰਦੇ ਹੋਣਾ ਹੀ ਸੀ, ਜਿਹੜਾ ਲੋੜਵੰਦ ਸੀ ਉਹਨੂੰ ਤਾਂ ਦਿੱਤਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਇਤਿਹਾਸ ਦੇ ਨਾਲ ਨਾਲ ਆਪਣੇ ਮਨ ਨੂੰ ਸਮਝਾਉਣਾ ਹੈ। ਬਾਹਰ ਤਾਂ ਕਈ ਬਥੇਰੀ ਸੇਵਾ ਕਰਦੇ ਆ, ਘਰੇ ਬਜ਼ੁਰਗਾਂ ਨੂੰ ਪੁੱਛਦੇ ਨਹੀਂ। ਗੁਰੂ ਇਹ ਨਾ ਹੋਵੇ ਵੀ ਤੇਰੇ ਸਾਹਮਣੇ ਕੋਈ ਦੁਖੀ ਬੈਠਾ ਹੈ ਤੇ ਤੂੰ ਉਹ ਤੇ ਤਰਸ ਨਾ ਕਰੇ, ਫਿਰ ਮਾਲਕ ਦੀ ਦਰਗਾਹ ਵਿੱਚ ਵੀ ਤੇਰੀ ਸੇਵਾ ਪ੍ਰਵਾਨ ਨਹੀਂ ਹੋਣੀ। ਸਤਿਗੁਰ ਕਹਿੰਦੇ ਜਦੋਂ ਲੋੜਵੰਦ ਤਾਂ ਬੈਠਾ ਭੁੱਖਾ ਹੈ, ਤੈਥੋਂ ਮੰਗਿਆ ਤੇ ਤੂੰ ਦਿੱਤਾ ਨਹੀਂ। ਕਹਿੰਦਾ ਮਹਾਰਾਜ ਕਿਹਦੀ ਗੱਲ ਕਰਦੇ ਹੋ? ਸਤਿਗੁਰ ਕਹਿੰਦੇ ਤੈਨੂੰ ਕਿਹਾ ਨਹੀਂ ਸੀ ਰਾਤ ਵੀ ਇੱਕ ਲੱਪ ਦੇ ਜਾ?
तू दिती नहीं। उथे भी बचन होया सी भी 2 तुमके ही तली ते रख जा, उथे भी नहीं तैं दिता। कहंदा जी वो तां कट्टू फकीर है, उन्हें मंगिया सी। महाराज कहंदे हाँ। कहंदा जी लै वो तां इत्थे नंग धड़ंगा राह च लिटदा रहिंदा, किते ओहदे कहण ना कीड़े पए। महाराज कहंदे हाँ तू देखिया ओहदा बाहरी लिबास, पर जेड़ा अंदर दा हिरदा है वो नहीं तैं देखिया। आखो सतनाम श्री वाहेगुरु। कई बारी आपां भी देखदे हां, देखो माफ कर दिओ मैनू सिख कहंदा सारे सिख होण, मुसलमान कहंदे आ सारे मुसलमान होण, हिंदू चाहुंदे आ सारे हिंदू होण। ये तां आपां वंडियां पा लियां, रब दी दरगाह 'च कोई रौला नहीं है गुरु। ये तां गुरु नानक पातशाह भी कह गए ना, जदों मक्के गए काजियां ने पुछया सी, पुछण फोल किताब नो हिंदू वड्डा कि मुसलमान होई, ते बाबा आखे हाजियां शुभ अमलां वाजो दोनों रोई। सिख धर्म तां उदों हजे चलिया ही नहीं सी ना, शुरू ही हो रहा सी। पातशाह कहंदे भावें कोई हिंदू है भावें मुसलमान है, हुण सिखो ये भी समझ लो भावें आपां सिख हां, जे साडे कर्म अमल चंगे नहीं रोना ही पैना है। आखो सतनाम श्री वाहेगुरु। आपां भी किते बाहरी विखावियां च ना रह जा करो, बाहरी विखावियां च नहीं पैना। सतगुर महाराज कहंदे व्यापारीआ तैं वेख ले भी ये कपड़े तां पाए ही नहीं, तां नग नहीं रहिंदा। तैं देख लिया बाहरी लिबास भी ये मुसलमान है। छेवें पातशाह कहंदे मेरी नजर तां वो भी मेरा सिख है। आखो सतनाम श्री वाहेगुरु। तैनू पता है असीं जेल च बंद सी, उहनूं किन्ना दुख सी, उहने दया कीती तरस कीती। भावें वो दरबार साहिब विच नहीं आया, पर व्यापारीआ तैनू दस दिन्ने आ वसदा परमात्मा साधु दी रसना उत्ते, 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 वसदा परमात्मा 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 साधु दी रसना उत्ते। महाराज कहंदे कोई बोले राम राम, कोई खुदाए, कोई सेवा गुसाइया, कोई अल्लाह है। जिमें भी जपदे आ भजन जरूर करया करो भाई। जेड़े गुरबाणी पढ़दे हो ना, चौकड़ा ला के सिर ढक के सुचता दे नाल बाणी दा पाठ करना है। ते जेड़ा वाहिगुरू वाहिगुरू है इनू आपां तुरदे फिरदे भी जप सकते हैं। आखो सतनाम श्री वाहेगुरू। गुर मंत्र साडा वाहिगुरू है। गुरु इनू कम धंधा करदे भी जप सकते हो। महाराज तां कहंदे हसंदियां खलंदियां पैनंदियां खवंदियां विचे होवे मुक। वाहिगुरू साडा गुर मंत्र है, इहदा सिमरन वध तो वध करया करो। नाले तुहानू दस दियां जेड़ा वाहिगुरू वाहिगुरू जपदा है ना, वाहिगुरू मंत्र ऐसा है कलयुग के समय विच सब तो छेती फायदा करदा, वध फायदा करदा गुरु। हुण महाराज छेवें पातशाह कहंदे व्यापारी आ
ਕੱਟੂ ਫਕੀਰ ਨੂੰ ਤੈ ਨਹੀਂ ਦਿੱਤਾ ਸ਼ਾਇਦ ਬਾਹਰੀ ਲਿਬਾਸ ਵੇਖ ਲਿਆ, ਉਹਦੇ ਕੋਲੇ ਜਾ, ਉਹਨੂੰ ਛਕਾ ਕੇ ਆਏ ਤਾਂ ਠੀਕ ਹੋਣਾ। ਭੁੱਲ ਗਿਆ ਤੂੰ। ਫਿਰ ਗੁਰੂ ਸਾਹਿਬ ਦਾ ਬਚਨ ਮੰਨ ਕੇ ਵਪਾਰੀ ਤੁਰਿਆ, ਗੜਵਾ ਚੱਕ ਕੇ ਹੁਣ ਭੱਜੇ ਹੀ ਜਾਂਦਾ ਹੈ। ਜਾ ਪਹੁੰਚਿਆ ਅੱਗੇ, ਕੱਟੂ ਫਕੀਰ ਦਾ ਚੌਕੜਾ ਲਾਇਆ ਹੋਇਆ, ਮਹਾਰਾਜ ਦਾ ਧਿਆਨ ਧਰ ਕੇ ਬੈਠਾ, ਤੇ ਵਪਾਰੀ ਨੇ ਕੱਟੂ ਫਕੀਰ ਕੋਲੇ ਜਾ ਕੇ ਹੱਥ ਬੰਨ ਲਏ। ਕਹਿੰਦਾ ਸਾਈਂ ਦੇ ਪਿਆਰਿਓ, ਮੈਂ ਤਾਂ ਤੁਹਾਨੂੰ ਪਛਾਣ ਨਹੀਂ ਸਕਿਆ। ਉਹ ਕਹਿੰਦਾ ਹੁਣ ਕੀ ਹੋ ਗਿਆ? ਕਹਿੰਦਾ ਸ਼ਾਇਦ ਹੋ ਗਿਆ ਖਰਾਬ, ਵਿੱਚ ਤਾਂ ਕੀੜੇ ਹੀ ਪੈ ਗਏ, ਇਹਨੂੰ ਠੀਕ ਕਰ ਦੋ। ਕੱਟੂ ਫਕੀਰ ਕਹਿੰਦਾ ਤੈਨੂੰ ਭੁਲੇਖਾ ਪੈ ਗਿਆ ਹੋਣਾ। ਕਹਿੰਦੇ ਨਹੀਂ। ਵਪਾਰੀ ਕਹਿੰਦਾ ਛੇਵੇਂ ਪਾਤਸ਼ਾਹ ਨੇ ਕਿਹਾ ਵੀ ਤਾਂ ਠੀਕ ਹੋਊ, ਪਹਿਲਾਂ ਉਹਨੂੰ ਛਕਾ ਕੇ ਆ। ਜਦੋਂ ਆਹ ਗੱਲ ਸੁਣੀ, ਤੱਤਾ ਤੱਤਾ ਰੇਤਾ ਤੇ ਭੁੰਜੇ ਹੀ ਲਿਟ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਵਾਕਈ ਮੈਂ ਜੀ ਤੇ ਭਰੋਸਾ ਤੱਕਿਆ, ਉਹ ਸੱਚੀਓ ਹੀ ਸੱਚੇ ਰੱਬ ਹੈ। ਕਹਿੰਦਾ ਆਪਣੇ ਨਾਲ ਕੀ ਹੁੰਦਾ ਹੈ, ਆਪਾਂ ਵੇਖਦੇ ਪਰਖਦੇ ਤਾਂ ਹੈ ਨਹੀਂ ਗੁਰੂ, ਗਲਤ ਬੰਦਿਆਂ ਤੇ ਵਿਸ਼ਵਾਸ ਕਰ ਬੈਠੇ ਆ ਤੇ ਮਗਰੋਂ ਫਿਰ ਪਛਤਾਉਂਦੇ ਰਹਿੰਦੇ ਆ। ਤੇ ਮਹਾਰਾਜ ਤਾਂ ਕਹਿੰਦੇ ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਧਿਆਨ ਜੋੜਨ ਤੋਂ ਪਹਿਲਾਂ ਦੇਖ ਵੀ ਜਿਹਦੇ ਵੱਲ ਮੈਂ ਧਿਆਨ ਲਾ ਰਿਹਾ, ਕਿਤੇ ਕੱਲ ਨੂੰ ਪਛਤਾਵਾ ਤਾਂ ਨਹੀਂ ਪੱਲੇ ਪਊ ਮੇਰੇ। ਗੁਰੂ ਵੀ ਧਾਰਨ ਕਰਨਾ ਹੈ, ਕਰ ਲਾ ਜਿਹਨੂੰ ਮਰਜੀ, ਪਹਿਲਾਂ ਵੇਖ ਲੈ, ਕਿਤੇ ਕੱਲ ਨੂੰ ਤੇਰਾ ਗੁਰੂ ਗਲਤੀ ਕਰ ਗਿਆ ਤੇ ਬਦਨਾਮੀ ਤੈਨੂੰ ਵੀ ਸਹਿਣੀ ਪਊ। ਹੋਇਆ ਨਾ ਪਿੱਛੇ ਕਈ ਗਲਤੀਆਂ ਆਗੂ ਕਰ ਗਏ ਤੇ ਮੰਗਰਲਿਆਂ ਦਾ ਜਿਉਣਾ ਮੁਸ਼ਕਲ ਹੋ ਗਿਆ। ਗੁਰੂ ਆਮ ਜਨਤਾ ਦਾ ਕੀ ਕਸੂਰ ਹੁੰਦਾ, ਉਹਨਾਂ ਪੱਲੇ ਪਛਤਾਵਾ ਪੈਂਦਾ। ਤੇ ਸਾਡੀ ਤਾਂ ਬੇਨਤੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇਹ ਕਲੰਕ ਅਵਤਾਰ ਹੈ ਇਸ ਸਮੇਂ ਦੇ ਗੁਰੂ। ਨਾ ਗਲਤੀ ਹੋਈ ਹੈ ਤੇ ਨਾ ਹੀ ਅੱਗੇ ਨੂੰ ਹੋਵੇ ਗੁਰੂ, ਇਹ ਹੈ ਸੱਚ। ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਰੱਬ ਸਾਡੇ ਸਾਹਮਣੇ ਹੈ। ਤੇ ਆਪਾਂ ਜੇ ਹੋਰ ਥਾਵਾਂ ਤੇ ਲੱਭਦੇ ਫਿਰਾਂਗੇ ਫਿਰ ਆਪਣਾ ਹੀ ਕਸੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਸੇਵਾ ਕਰਨੀ ਹੈ, ਇਹ ਜਿਹੜੇ ਰੱਬ ਦੇ ਸਾਜੇ ਜੀਵ ਨੇ ਨਾ ਜਿੰਨੇ ਵੀ, ਉਹਨਾਂ ਦੀ ਕਰਿਆ ਕਰੋ। ਲੋੜਵੰਦ ਦੀ ਮਦਦ, ਉਹ ਭਾਵੇਂ ਦੁਸ਼ਮਣ ਵੀ ਹੋਵੇ। ਆਪਾਂ ਕਹਿੰਦੇ ਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਸਰਬੱਤ ਦਾ ਭਲਾ ਜੇ ਕਰਨਾ ਫਿਰ ਤਾਂ ਦੁਸ਼ਮਣਾਂ ਦਾ ਵੀ ਬੁਰਾ ਨਹੀਂ ਸੋਚੀਦਾ, ਉਹ ਹੈ ਸਰਬੱਤ ਦਾ ਭਲਾ। ਇਹ ਨਹੀਂ ਵੀ ਆਪਣਿਆਂ ਦਾ ਭਲਾ, ਸਭ ਦਾ ਭਲਾ ਕਰੋ, ਫਿਰ ਦੇਖਿਓ ਮਾਲਕ ਦੀ ਕਿਰਪਾ ਹੁੰਦੀ ਗੁਰਮੁਖ। ਜੇ ਤੇਰੇ ਮਨ ਚੋਂ ਕਿਸੇ ਦੀ ਬੁਰਾਈ ਨਿਕਲ ਗਈ ਨਾ, ਤੈਨੂੰ ਕਦੇ ਵੀ ਦੁੱਖ ਨਹੀਂ ਆਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਆਪਣਾ ਬਹੁਤਾ ਸਮਾਂ ਤਾਂ ਦੂਜਿਆਂ ਦੀ ਵਿਰੋਧਤਾ 'ਚ ਹੀ ਲੰਘਦਾ ਗੁਰੂ। ਹੁਣ ਰੌਲੇ ਕਿਉਂ ਪਏ? ਆਪਾਂ ਕਹਿੰਦੇ ਤਾਂ ਹੈਗੇ ਆ ਵੀ ਸਿੱਖ ਧਰਮ ਨਾਲ ਲੋਕ ਜੁੜਦੇ ਨਹੀਂ, ਮਨਮਤੀਏ ਪੈਦਾ ਹੋ ਗਏ, ਉਹਦਾ ਕਸੂਰ ਆਪਣਾ ਹੈ ਗੁਰਮੁਖ ਪਿਆਰੇ। ਸਿੱਖਾਂ ਨੂੰ ਕਿਹੜਾ ਪਤਾ ਨਹੀਂ ਵੀ ਗੁਰੂ ਮਹਾਰਾਜ ਮਹਾਨ ਨੇ। ਜੋ ਇੱਥੋਂ ਲੈਣ ਆਈ ਦੁਨੀਆ, ਉਹ ਅਸੀਂ ਦੇ ਨਾ ਸਕੇ ਗੁਰੂ। ਗੁਰਬਾਣੀ ਦਾ ਚਾਨਣ ਘਰ ਘਰ ਤੱਕ ਪਹੁੰਚਾਇਆ ਨਹੀਂ ਗਿਆ, ਤਾਂ ਦੂਜਿਆਂ ਦੀਆਂ ਮੋਮਬੱਤੀਆਂ ਵੱਲ ਲੋਕਾਂ ਨੂੰ ਦੇਖਣਾ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਲੋ ਇਸ ਪਾਸੇ ਨਹੀਂ ਜਾਣਾ, ਮਹਾਰਾਜ ਕਿਰਪਾ ਹੀ ਰੱਖੇ। ਕੱਟੂ ਫਕੀਰ ਕੋਲੇ ਜਾ ਕੇ ਵਪਾਰੀ ਕਹਿੰਦਾ, ਕੱਟੂ ਜੀ ਸਾਈਂ ਦੇ ਪਿਆਰਿਓ ਸ਼ਹਿਦ ਛਕ ਲੋ। ਛੇਵੇਂ ਪਾਤਸ਼ਾਹ ਨੇ ਕਿਹਾ ਵੀ ਜਦੋਂ ਉਹ ਛਕੂ ਤਾਂ ਇਹ ਸ਼ੁੱਧ ਹੋਊਗਾ। ਕੱਟੂ ਫਕੀਰ ਕਹਿੰਦਾ ਤੈਨੂੰ ਭੁਲੇਖਾ ਪੈ ਗਿਆ, ਕਰਨ ਕਰਾਉਣ ਵਾਲੇ ਤਾਂ ਸਭ ਕੁਝ ਉਹੀ ਹੈ। ਮੈਂ ਤਾਂ ਗਰੀਬ ਆ, ਮੇਰਾ ਤਾਂ ਉਹੀ ਮਾਣ ਵਧਾਤਾ। ਤੇ ਵਪਾਰੀ ਕਹਿੰਦਾ ਐਵੇਂ ਨਾ ਮੈਨੂੰ ਟਾਲ ਨਾ ਹੋਣਾ। ਛੇਵੇਂ ਪਾਤਸ਼ਾਹ ਦੇ ਮੁਖੋਂ ਆਹ ਬਚਨ ਨਿਕਲਿਆ ਵੀ ਵਪਾਰੀਆ ਤੂੰ ਤਾਂ ਦੇਖ ਲਿਆ ਵੀ ਨੰਗ ਧੜੰਗਾ ਕੱਟੂ ਹੈ, ਪਰ ਸੱਚੀ ਗੱਲ ਇਹ ਹੈ ਜਿਸਨੋਂ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਪ੍ਰਮਾਤਮਾ ਆਪਣੀ ਸਿਫਤ ਸਲਾਹ ਬਖਸ਼ ਦੇ, ਗੁਣ ਗਾਉਣ ਦੀ ਤਾਕਤ ਦੇ ਦੇ, ਕਿਉਂਕਿ ਗੁਣ ਵੀ ਹਰੇਕ ਨਹੀਂ ਨਾ ਗਾ ਸਕਦਾ। ਨਾ ਤਾਂ ਸਾਡੇ 'ਚ ਬੋਲਣ ਦੀ ਤਾਕਤ ਹੈ, ਨਾ ਸੁਣਨ ਦੀ ਤਾਕਤ। ਜਪਜੀ ਸਾਹਿਬ 'ਚ ਲਿਖਿਆ ਪਿਆ ਸਭ ਕੁਝ, ਜ਼ੋਰ ਨਾ ਮੰਗਣ ਦੇਣ ਨਾ ਜੁੜਨ। ਆਪਣੇ 'ਚ ਕੋਈ ਤਾਕਤ ਨਹੀਂ, ਰੱਬੀ ਕਿਰਪਾ ਹੈ। ਮਾਲਕ ਕਹਿੰਦੇ ਨੇ ਜਿਹਨੂੰ ਪ੍ਰਮਾਤਮਾ ਆਪਣੇ ਗੁਣ ਗਾਉਣ ਦੀ ਤਾਕਤ ਦੇ ਦੇ,
ਉਹ ਤਾਂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੁੰਦਾ ਹੈ। ਵਪਾਰੀ ਦੱਸਦਾ ਫਿਰ ਕਹਿੰਦਾ ਕੱਟੂ ਜੀ ਮੈਨੂੰ ਤਾਂ ਮਹਾਰਾਜ ਨੇ ਕਹਿ ਕੇ ਭੇਜਿਆ ਰਾਜਿਆਂ ਦਾ ਰਾਜਾ ਗੁਰਸਿੱਖ ਮੇਰਾ, ਗੁਰਸਿੱਖ ਮੇਰਾ, 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 ਰਾਜਿਆਂ ਦਾ ਰਾਜਾ ਗੁਰਸਿੱਖ ਮੇਰਾ, ਗੁਰਸਿੱਖ ਮੇਰਾ। ਕੋਈ ਬੋਲੇ ਰਾਮ ਰਾਮ, 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 ਕੋਈ ਖੁਦਾਏ, ਕੋਈ ਖੁਦਾਏ, ਕੋਈ ਖੁਦਾਏ, ਕੋਈ ਖੁਦਾਏ, ਕੋਈ ਖੁਦਾਏ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਸੇਵਾ ਗੁਸਈਆਂ, ਕੋਈ ਸੇਵਾ ਗੁਸਈਆਂ, ਸੇਵਾ ਗੁਸਈਆਂ, ਸੇਵਾ ਗੁਸਈਆਂ, ਸੇਵਾ ਗੁਸਈਆਂ, ਕੋਈ ਅੱਲਾਹ ਹੈ, 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 ਕੋਈ ਅੱਲਾਹ ਹੈ। ਅੱਲਾਹ ਮਹਾਰਾਜ ਕਹਿੰਦੇ ਅੱਲਾਹ ਵਾਹਿਗੁਰੂ ਖੁਦਾ ਦਾ ਨਾਮ ਤਾਂ ਇੱਕੋ ਹੀ ਹੈ। ਵਪਾਰੀ ਕਹਿੰਦਾ ਹੈ ਗੁਰੂ ਮਹਾਰਾਜ ਇੰਨਾ ਸਤਿਕਾਰ ਕਰਦੇ ਆ, ਤੁਹਾਡਾ ਲਓ ਸ਼ਹਿਦ ਛਕ ਲੋ। ਕਹਿੰਦਾ ਠੀਕ ਹੈ, ਜੇ ਗੁਰੂ ਮਹਾਰਾਜ ਦਾ ਹੁਕਮ ਹੈ ਛਕ ਲੈਣਾ। ਫਿਰ ਲੱਪ ਭਰ ਕੇ ਗੜਵੇ ਚੋਂ ਜਦੋਂ ਛਕਿਆ ਫਿਰ ਇਹ ਵੀ ਨਹੀਂ ਦੇਖਿਆ ਵੀ ਇਹ ਚ ਕੀੜੇ ਪਏ ਹੋਏ ਆ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਸੂਰ ਸਰਬ ਕੋ ਸੋਖ। ਹੁਣ ਸੂਰਜ ਦੀਆਂ ਕਿਰਨਾਂ ਉਹ ਫੁੱਲਾਂ ਤੇ ਵੀ ਪੈਂਦੀਆਂ ਤੇ ਗੰਦਗੀ ਦੇ ਢੇਰ ਤੇ ਵੀ ਪੈ ਰਹੀਆਂ, ਮੈਲਾ ਤਾਂ ਨਹੀਂ ਹੁੰਦਾ ਗੁਰੂ। ਐਸੇ ਤਰ੍ਹਾਂ ਬ੍ਰਹਮ ਗਿਆਨੀ ਹੁੰਦੇ ਆ, ਮਾੜਿਆਂ ਨੂੰ ਵੀ ਮਿਲਦੇ ਆ ਤੇ ਉਹਨਾਂ ਦਾ ਵੀ ਭਲਾ ਕਰਦੇ ਆ। ਆਖੋ ਸਤਨਾਮ ਵਾਹਿਗੁਰੂ। ਕੱਟੂ ਫਕੀਰ ਨੇ ਜਦੋਂ ਛਕਿਆ ਸ਼ਹਿਦ ਫੇਰ ਉਹ ਠੀਕ ਹੋਇਆ ਸੀ, ਤਾਂ ਮਹਾਰਾਜ ਦੇ ਦਰਬਾਰ ਤੇ ਪ੍ਰਵਾਨ ਹੋਇਆ। ਫਿਰ ਛੇਵੇਂ ਪਾਤਸ਼ਾਹ ਕਹਿੰਦੇ ਸੰਗਤੇ ਚਲੋ ਚੱਲੀਏ। ਸਾਰੀ ਸੰਗਤ ਨੂੰ ਨਾਲ ਲੈ ਕੇ ਫਿਰ ਕੱਟੂ ਫਕੀਰ ਨੂੰ ਆਪ ਮਿਲੇ ਜਾ ਕੇ ਗੁਰੂ। ਉੱਥੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਹੈ ਗੁਰੂ ਘਰ ਦੀ ਵਡਿਆਈ। ਗੁਰੂ ਮਰਜ਼ੀ ਤਾਂ ਤੁਹਾਡੀ ਹੈ, ਕਰਨਾ ਕੀ ਹੈ, ਪਰ ਇਤਿਹਾਸ ਪੜ੍ਹੋ, ਗੁਰਬਾਣੀ ਪੜ੍ਹੋ। ਇਹ ਗੁਰੂ ਨਾਨਕ ਦਾ ਘਰ ਹੈ। ਹੁਣ ਕਲਯੁਗ ਦੇ ਸਮੇਂ ਵਿੱਚ ਮੌਜੂਦਾ ਡਿਊਟੀ ਹੈ ਸੰਸਾਰ ਦੇ ਭਲੇ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ। ਗੁਰੂ ਸਤਿਕਾਰਯੋਗ ਤਾਂ ਸਾਰੇ ਹੀ ਹੈ, ਜਿਵੇਂ ਕਿਸੇ ਦਾ ਮਜ਼ਹਬ ਕਹਿੰਦਾ ਕਰਨ, ਪਰ ਜੇ ਸਚਾਈ ਦਾ ਪਤਾ ਹੋਵੇ ਉਹ ਦੱਸਣਾ ਜ਼ਰੂਰ ਚਾਹੀਦਾ ਹੈ। ਇਹ ਘਰ ਤਾਂ ਇਹੋ ਜਿਹਾ ਹੈ। ਆ ਹੁਣ ਜਦੋਂ ਸੁਣ ਰਹੇ ਹੋ ਨਾ, ਕੱਟੂ ਫਕੀਰ ਨੂੰ ਵੀ ਤਾਰਿਆ, ਅੱਜ ਤੱਕ ਪੂਜਿਆ ਜਾ ਰਿਹਾ ਗੁਰੂ। ਛੇਵੇਂ ਪਾਤਸ਼ਾਹ ਉੱਥੇ ਸੈਰ ਕਰਦੇ ਫਿਰਦੇ ਆ, ਇੱਕ ਵੱਡਾ ਸਾਰਾ ਕੂੜੇ ਦਾ ਢੇਰ, ਤੇ ਜਦੋਂ ਮਹਾਰਾਜ ਉੱਥੋਂ ਦੀ ਲੰਘਣ ਲੱਗੇ, ਇੱਕ ਬੱਚੇ ਦੇ ਰੋਣ ਦੀ ਆਵਾਜ਼ ਆਈ ਗੁਰੂ। ਸਤਿਗੁਰ ਕਹਿੰਦੇ ਕੂੜੇ ਦੇ ਢੇਰ ਤੇ ਬੱਚਾ ਰੋਂਦਾ ਹੈ। ਦੇਖੋ ਜਦੋਂ ਸਿੱਖਾਂ ਨੇ ਦੇਖਿਆ ਤਾਂ ਇੱਕ ਛੋਟਾ ਜਿਹਾ ਬੱਚਾ ਰੋਈ ਜਾਂਦਾ ਹੈ। ਉਹ ਪਤਾ ਕੌਣ ਸੀ? ਉਹ ਸੁਥਰੇ ਸ਼ਾਹ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਮਾਂ-ਬਾਪ ਦਾ ਤਾਂ ਨਹੀਂ ਹਜੇ ਤੱਕ ਪਤਾ ਲੱਗਿਆ ਸੀ, ਖੋਜ ਬਹੁਤ ਕੀਤੀ, ਕਿਉਂਕਿ ਜਦੋਂ ਜੰਮਿਆ ਸੀ ਇਹਦੇ ਜੰਮਦੇ ਦੇ ਦੰਦ ਸੀ ਵੱਡੇ ਵੱਡੇ, ਤੇ ਘਰਦਿਆਂ ਨੇ ਸੋਚਿਆ ਵੀ ਇਹ ਤਾਂ ਕੋਈ ਬਲਾ ਜੰਮ ਪਈ।
ਉਹ ਗੁਰਮੁਖ ਪਿਆਰਿਓ ਜੰਮਦੇ ਨੂੰ ਕੂੜੇ ਦੇ ਢੇਰ ਤੇ ਸਿੱਟਿਆ ਏ ਤੇ ਉੱਥੇ ਇੱਕ ਕੁੱਤੀ ਸੂਈ ਹੋਈ ਸੀ। ਉਹਦੇ ਛੋਟੇ ਛੋਟੇ ਕਤੂਰੇ, ਇਹ ਰੁੜਦਾ ਢੇਰ ਤੋਂ ਕਿਤੇ ਕੁੱਤੀ ਦੇ ਘੋਰਨੇ ਚਲਿਆ ਗਿਆ ਤੇ ਉਹ ਕੁੱਤੀ ਨੇ ਆਪਦਾ ਦੁੱਧ ਚੰਗਾ ਕੇ ਕਤੂਰਿਆਂ ਦੇ ਨਾਲ ਹੀ ਪਾਲਿਆ ਸੀ। ਏਦਾਂ ਹੋਇਆ ਸੁਥਰੇ ਸ਼ਾਹ ਨਾਲ। ਤੇ ਛੇਵੇਂ ਪਾਤਸ਼ਾਹ ਕਹਿੰਦੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਆ, ਜਦੋਂ ਦੇਖਿਆ ਤੇ ਉਹ ਬੱਚਾ, ਮਹਾਰਾਜ ਕਹਿੰਦੇ ਚੱਕੋ ਭਾਈ। ਫਿਰ ਇੱਕ ਸਿੱਖ ਦੀ ਡਿਊਟੀ ਲਾਤੀ, ਕਹਿੰਦੇ ਇਹਨੂੰ ਐ ਨਾ ਸਮਝੀ ਇਹ ਬਲਾ ਹੈ, ਇਹ ਸਾਡਾ ਪੁੱਤਰ ਹੈ, ਸਾਡਾ ਸਮਝ ਕੇ ਪਾਲੀ। ਕਹਿੰਦੇ ਦੇਖੋ ਮਹਾਰਾਜ ਦੀ ਦਇਆ, ਆਇਆ ਕਰੋ ਗੁਰੂ ਘਰ ਗੁਰਮੁਖੋ, ਆਪਣੇ ਬੱਚਿਆਂ ਨੂੰ ਵੀ ਲਿਆਇਆ ਕਰੋ, ਕਿਤੇ ਸਤਿਗੁਰ ਦੀ ਮਿਹਰ ਦੀ ਨਜ਼ਰ ਹੋ ਜੇ, ਬੇੜੇ ਤਰ ਜਾਂਦੇ ਆ। ਤੁਰੇ ਜਾਂਦੇ ਐਸੀ ਦ੍ਰਿਸ਼ਟੀ ਕੀਤੀ, ਚਕਾ ਲਿਆ ਸੁਥਰੇ ਸ਼ਾਹ ਨੂੰ। ਨਾਂ ਵੀ ਤਾਂ ਰੱਖਿਆ ਸੀ, ਜਦੋਂ ਸਿੱਖ ਨੇ ਚੱਕਿਆ ਨਾ, ਕਹਿੰਦਾ ਮਹਾਰਾਜ ਇਹਨੂੰ ਕੀ ਕਰਾਉਣਾ, ਆਪਾਂ ਇੱਥੇ ਸਿੱਟ ਦਿੰਨੇ ਆ, ਇਹ ਤਾਂ ਕਸੁਥਰਾ ਹੈ। ਕਿਉਂ ਬਟਰੂਪ ਸੀ ਤੇ ਕਤੂਰਿਆਂ ਦੇ ਨਾਲ ਰਹਿੰਦਾ, ਉੱਥੇ ਵਿਚਾਰਾ ਗੰਦਗੀ ਮੰਦਗੀ ਮਿੱਧਾ ਰਿਹਾ, ਗੰਦਗੀ ਦਾ ਲਿਬੜਿਆ, ਕਾਲਾ ਰੰਗ, ਵੱਡੇ ਵੱਡੇ ਦੰਦ। ਸਿੱਖ ਕਹਿੰਦਾ ਜੀ ਕਸੁਥਰਾ ਹੈ। ਮਹਾਰਾਜ ਕਹਿੰਦੇ ਇਹ ਤਾਂ ਮੇਰਾ ਸੁਥਰੇ ਸ਼ਾਹ ਹੈ। ਦੇਖੋ ਦੁਨੀਆ ਤਾਂ ਨਫ਼ਰਤ ਕਰਦੀ, ਮਾਲਕ ਨਹੀਂ ਨਾ ਕਰਦੇ, ਉਹਦੀ ਨਜ਼ਰ ਤਾਂ ਸਾਰੇ ਜੀਵ ਰੱਬ ਦੇ। ਉਥੋਂ ਫਿਰ ਨਾਂ ਸੁਥਰੇ ਸ਼ਾਹ ਪ੍ਰਸਲਿਤ ਹੋਇਆ, ਸਿੱਖ ਨੇ ਪਾਲਿਆ। ਛੇਵੇਂ ਪਾਤਸ਼ਾਹ ਵੇਲੇ ਸੇਵਾ ਕਮਾਈ, ਸੱਤਵੇਂ ਪਾਤਸ਼ਾਹ ਵੇਲੇ ਸੇਵਾ ਕਮਾਈ, ਗੱਲ ਮੁਕਾ ਦਿਆਂ 10ਵੇਂ ਪਾਤਸ਼ਾਹ ਤੱਕ ਰਿਹਾ ਗੁਰੂ। ਤੇ ਵਿਅੰਗ ਕੱਸਦਾ ਹੁੰਦਾ, ਮਜ਼ਾਕ ਬਹੁਤ ਕਰਦਾ ਹੁੰਦਾ, ਤੇ ਹੱਸਦਾ ਗੱਲਾਂ ਇਹ ਜੀਆਂ ਕਹਿ ਜਾਂਦਾ ਸੀ, ਦੁਨੀਆ ਨੂੰ ਸਮਝਾ ਜਾਂਦਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਰਾਗੀ ਕੀਰਤਨ ਕਰੀ ਜਾਣ, ਇੱਕ ਦੂਜੇ ਵੱਲ ਦੇਖ ਕੇ ਹੱਸੀ ਜਾਣ, ਤੇ ਉਹਨੇ ਜਾ ਕੇ ਉਹਨਾਂ ਦੀ ਚਿੜ ਭਨਾਤੀ ਗੁਰੂ। ਉਹਨਾਂ ਨੂੰ ਤਾਂ ਚੜਿਆ ਗੁੱਸਾ, ਦਰਬਾਰ 'ਚ ਵੜਨਾ ਹੀ ਬੰਦ ਕਰਤਾ। ਕਹਿੰਦੇ ਜਿੱਦੇ ਮਿਲ ਗਿਆ ਤੈਨੂੰ ਬਣਾਵਾਂਗੇ ਬੰਦਾ, ਕੁੱਟਾਂਗੇ ਅਸੀਂ। ਤੇ ਕਈ ਦਿਨ ਆਇਆ ਨਾ, ਤੇ ਉਹਨਾਂ ਨੇ ਸ਼ਿਕਾਇਤ ਕਰਤੀ ਵੀ ਮਹਾਰਾਜ ਅਸੀਂ ਤਾਂ ਕਰਦੇ ਸੀ ਆਸਾ ਦੀ ਵਾਰ, ਇਹ ਤਾਂ ਸਾਡੀਆਂ ਚਿੜਾਂ ਭਨਾਉਂਦਾ ਹੈ, ਨਰਾਦਰ ਕੀਤਾ ਸਾਡਾ। ਸਤਿਗੁਰ ਕਹਿੰਦੇ ਬੁਲਾਓ ਉਹਨੂੰ। ਜਦੋਂ ਬੁਲਾਇਆ, ਮਹਾਰਾਜ ਕਹਿੰਦੇ ਸੁਥਰੇ ਸ਼ਾਹ ਜੀ ਤੁਸੀਂ ਰਾਗੀਆਂ ਦਾ ਮਜ਼ਾਕ ਕਾਹਤੋਂ ਉਡਾਇਆ, ਚਿੜ ਭਨਾਈ? ਕਹਿੰਦਾ ਜੀ ਮੈਂ ਤਾਂ ਵੇਖਦਾ ਹੀ ਸੀ ਵੀ ਇਹ ਤੁਹਾਡੇ ਸਿੱਖ ਹੈ ਕਿ ਸਾਡੇ ਹੈ। ਕਹਿੰਦੇ ਉਹ ਕਿਵੇਂ? ਕਹਿੰਦਾ ਇਹਨਾਂ ਨੂੰ ਪੁੱਛੋ ਵੀ ਜਿੱਦੇ ਮੈਂ ਆਇਆ ਸੀ ਉਦੋਂ ਇਹ ਕਿਹੜਾ ਸ਼ਲੋਕ ਪੜ੍ਹਦੇ ਸੀ। ਜਦੋਂ ਪੁੱਛਿਆ ਉਹ ਕਹਿੰਦੇ ਸਾਡੇ ਤਾਂ ਯਾਦ ਨਹੀਂ ਕਿਹੜਾ ਸ਼ਲੋਕ ਪੜ੍ਹਦੇ ਸੀ। ਫਿਰ ਉੱਥੇ ਸੁਥਰੇ ਸ਼ਾਹ ਕਹਿੰਦਾ ਦੇਖ ਲਓ ਮਹਾਰਾਜ, ਇਹ ਸ਼ਲੋਕ ਤਾਂ ਭੁੱਲ ਗਏ ਤੇ ਮੇਰੀ ਵੱਲੀ ਧਿਆਨ ਸੀ ਇਹਨਾਂ ਦਾ, ਮੇਰੀ ਗੱਲ ਇਹਨਾਂ ਨੂੰ ਯਾਦ ਹੈ। ਤੇ ਉਦੋਂ ਦੇ ਮੈਨੂੰ ਤਾਂ ਕਹਿੰਦੇ ਆ ਵੀ ਜਿੱਥੇ ਇੱਥੇ ਆ ਗਿਆ ਤੈਨੂੰ ਕੁੱਟਾਂਗੇ। ਹੁਣ ਦੱਸੋ ਵੀ ਇਹਨਾਂ ਤੇ ਕੋਈ ਬਾਣੀ ਦਾ ਅਸਰ ਹੈਗਾ? ਮੈਂ ਦੱਸ ਦਿੰਨਾ। ਕਹਿੰਦਾ ਉਦੋਂ ਤਾਂ ਇਹ ਆਸਾ ਦੀ ਵਾਰ ਪੜ੍ਹਦੇ ਵਿੱਚ ਸ਼ਬਦ ਪੜ੍ਹੀ ਜਾਂਦੇ ਸੀ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਮੈਂ ਤਾਂ ਦੇਖਦਾ ਸੀ ਵੀ ਇਹ ਅਮਲ ਵੀ ਕਰਦੇ ਆ ਜਾਂ ਇਕੱਲਾ ਪੜ੍ਹਦੇ ਹੀ ਹੈ। ਫਿਰ ਛੇਵੇਂ ਪਾਤਸ਼ਾਹ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਰਾਗੀ ਸਿੰਘੋ, ਬਾਣੀ ਕੱਲੀ ਦੁਨੀਆ ਨੂੰ ਸਮਝਾਉਣ ਵਾਸਤੇ ਨਹੀਂ ਹੈ, ਆਪ ਵੀ ਸਮਝੋ, ਆਪਣਾ ਜੀਵਨ ਵੀ ਉਦਾਂ ਦਾ ਬਣਾਓ, ਤਾਂ ਤੁਹਾਡੇ ਕਹੇ ਹੋਏ ਦਾ ਅਸਰ ਪਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਮਾਰ ਜ਼ਿਆਦਾਤਰ ਤਾਂ ਪੈ ਗਈ, ਅਸੀਂ ਤੁਹਾਡੇ ਵਾਸਤੇ ਬਹੁਤ ਕੁਝ ਕਹਿੰਦੇ, ਆਪ ਨਹੀਂ ਕਰਦੇ। ਜਿੱਥੇ ਕੋਈ ਕਮਾਈ ਵਾਲੀ ਰੂਹ ਬੈਠੀ ਹੈ ਉੱਥੇ ਸੰਸਾਰ ਦਾ ਭਲਾ ਜ਼ਰੂਰ ਹੁੰਦਾ। ਇੱਧਰ ਤਿੱਤਰਸਰ ਵਾਲੇ ਮਹਾਂਪੁਰਖ ਦੇਖੋ ਕਿੰਨੀ ਕਮਾਈ ਕੀਤੀ। ਹੁਣ ਵੀ ਮੌਜੂਦਾ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਅੱਜ ਵੀ ਸੰਗਤ ਵਿੱਚ ਆਏ ਹੋਏ ਆ। ਕਮਾਈ ਵਾਲੀਆਂ ਰੂਹਾਂ ਹੁੰਦੀਆਂ ਕਿਤੇ ਕਿਤੇ, ਜਿਨ੍ਹਾਂ ਦਾ ਮਕਸਦ ਸਿਰਫ ਸੰਸਾਰ ਦਾ ਭਲਾ ਹੁੰਦਾ। ਗੁਰੂ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਹੋਏ, ਹੋਰ ਕਿੰਨੇ ਮਹਾਂਪੁਰਖ ਸੰਸਾਰ ਵਿੱਚ ਆਏ ਜਿਨ੍ਹਾਂ ਨੇ ਜੀਵਨ ਦੇਸ਼ ਕੌਮ ਦੇ ਲੇਖੇ ਲਾਇਆ। ਦਸੇ ਗੁਰੂ ਸਾਹਿਬਾਨ, ਸਿੰਘ ਸ਼ਹੀਦ, ਭਗਤ ਜਨ, ਗੁਰੂ ਘਰ ਦੇ ਜਿੰਨੇ ਸੇਵਕ ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਕੀਤੀ, ਆਪਣਾ ਆਪ ਨਹੀਂ ਪਛਾਣਿਆ, ਗਵਾਤਾ ਆਪਣਾ ਆਪ ਦੁਨੀਆ ਦੇ ਵਾਸਤੇ। ਅੱਜ ਉਹਨਾਂ ਨੂੰ ਹੀ ਸੰਸਾਰ ਪੂਜਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਚਾਹੁੰਦਾ ਸਿਰਫ ਮੈਂ ਹੀ ਸੁੱਖ ਮਾਣਾ, ਮੈਂ ਆਪਣੀ ਜ਼ਿੰਦਗੀ ਆਨੰਦ ਨਾਲ ਜਿਉਵਾਂ, ਬਾਕੀ ਜੋ ਹੁੰਦਾ ਹੋਵੇ, ਉਹਨਾਂ ਦੀ ਕਿਤੇ ਕਦਰ ਨਹੀਂ ਪਈ ਗੁਰੂ। ਸੋ ਇਸ ਕਰਕੇ ਭਾਈ ਮਹਾਰਾਜ ਕਹਿੰਦੇ ਹੁੰਦੇ, ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ। ਗੁਰੂ ਘਰ ਵਿੱਚ ਸੰਗਤ ਕਿਹਾ ਜਾਂਦਾ ਹੈ, ਆਮ ਇਕੱਠਾਂ ਚ ਆਪਾਂ ਜਨਤਾ ਕਹਿ ਦਿੰਦੇ ਆ, ਪਬਲਿਕ ਕਹਿ ਦਿੰਦੇ ਆ। ਇਹ ਸਾਰਿਆਂ ਨੂੰ ਹੀ ਚਾਹੀਦਾ, ਚਾਹੇ ਕੋਈ ਰਾਜੇ ਲੋਕ ਨੇ,
ਚਾਹੇ ਧਰਮੀ ਲੋਕ ਨੇ, ਰਾਜਨੀਤਿਕ ਲੋਕ, ਉਹਨਾਂ ਨੂੰ ਚਾਹੀਦਾ ਜੋ ਜਨਤਾ ਚਾਹੁੰਦੀ ਹੈ ਉਹ ਕਰਨ ਗੁਰਮੁਖ। ਹੁਣ ਦੇਖ ਲਓ ਕਿੰਨਾ ਰੌਲਾ ਪੈਂਦਾ, ਕਿਸਾਨ ਮਜ਼ਦੂਰਾਂ ਦਾ ਅੰਦੋਲਨ ਚੱਲ ਰਿਹਾ, ਸਾਡੀਆਂ ਜ਼ਮੀਨਾਂ ਖੋਹਣ ਵਾਸਤੇ ਕਾਲੇ ਕਾਨੂੰਨ ਬਣਾਤੇ ਸਮੇਂ ਦੀਆਂ ਸਰਕਾਰਾਂ ਨੇ। ਕਹਿੰਦੇ ਅਸੀਂ ਜ਼ਿਮੀਂਦਾਰਾਂ ਭਾਈਚਾਰੇ ਦਾ ਭਲਾ ਕਰਦੇ ਹਾਂ। ਹੁਣ ਜਿਹੜੇ ਸਮਝਦਾਰ ਹੈ ਉਹਨਾਂ ਨੂੰ ਪਤਾ ਵੀ ਇਹ ਭਲਾ ਨਹੀਂ ਕਰਦੇ ਤਾਂ ਹੌਲੀ ਹੌਲੀ ਸਾਡਾ ਗਲ ਘੁੱਟਣਗੇ, ਗਲ ਘੁੱਟਣਗੇ। ਜਿਵੇਂ ਅੱਗੇ ਫਰੀ ਦੀਆਂ ਸਹੂਲਤਾਂ ਫੋਨ ਦੇ ਤੇ ਬਾਅਦ ਚ ਗੁਰਮੁਖ ਪਿਆਰਿਓ ਮੋਟੇ ਮੋਟੇ ਬਿੱਲ ਭੇਜਤੇ। ਆਪਾਂ ਨੂੰ ਲੱਗਦਾ ਹੁੰਦਾ ਜਦੋਂ ਫਰੀ ਦਾ ਲੈਂਦੇ ਹੋ ਨਾ ਕੁਛ ਵੀ, ਆਪ ਵੀ ਦੇਖ ਲਿਆ ਕਰੋ ਵੀ ਇਹਦੇ ਪਿੱਛੇ ਮਕਸਦ ਕੀ ਹੈ, ਸੋਚ ਸਮਝ ਕੇ ਚੱਲਣਾ ਪਿਆਰਿਓ। ਤੇ ਅੱਜ ਰੌਲਾ ਪੈਂਦਾ, ਦੇਖੋ ਦੇਸ਼ਾਂ ਵਿਦੇਸ਼ਾਂ ਤੱਕ ਦੁਨੀਆ ਵਿਰੋਧ ਕਰਦੀ ਹੈ ਇਹਨਾਂ ਕਾਲੇ ਕਾਨੂੰਨਾਂ ਦਾ, ਤੇ ਆਪਣੇ ਵਾਲੇ ਆਗੂ ਕਹਿੰਦੇ ਅਸੀਂ ਤਾਂ ਮੰਨਦੇ ਹੀ ਨਹੀਂ ਕਿਸੇ ਦੀ। ਇਹ ਨਹੀਂ ਪਤਾ ਵੀ ਇਹ ਜੇ ਇੱਥੇ ਬਹੁਤ ਹੋ ਕੇ ਤੁਰ ਗਏ। ਕਸ਼ਮੀਰ ਘਾਟੀ ਦੇ ਵਿੱਚ ਇੱਕ ਕਹਿੰਦੇ ਰਾਜਾ ਤੁਰਿਆ ਜਾਂਦਾ ਸੀ, ਤੇ ਉੱਥੇ ਇੱਕ ਫਕੀਰ ਮੁਰਦੇ ਨਾਲ ਗੱਲਾਂ ਕਰੀ ਜਾਂਦਾ, ਕਬਰ ਚੋਂ ਕੱਢ ਕੇ ਮੁਰਦੇ ਨੂੰ ਉਹਦੇ ਨਾਲ ਗੱਲਾਂ ਕਰੀ ਜਾਂਦਾ। ਤੇ ਉਹ ਰਾਜਾ ਕਹਿੰਦਾ ਫਕੀਰਾ ਇਹ ਕੀ ਕਰਦਾ ਹੈ, ਕਬਰ ਦੇ ਵਿੱਚੋਂ ਮੁਰਦਾ ਕੱਢੀ ਬੈਠਾ ਹੈ, ਕੀ ਪੁੱਛਦਾ ਇਹਨੂੰ ਤੂੰ? ਉਹ ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਰਾਜਾ, ਤੇਰਾ ਫਰਜ਼ ਬਣਦਾ ਸੀ, ਮੈਂ ਆ ਰਿਹਾ ਸੀ, ਮੈਨੂੰ ਉੱਠ ਕੇ ਸਲਾਮ ਕਰਦਾ, ਤੂੰ ਮੁਰਦੇ ਨਾਲ ਹੀ ਬੋਲੀ ਜਾਂਦਾ, ਤੈਨੂੰ ਪਤਾ ਨਹੀਂ ਮੈਂ ਕੌਣ ਆ? ਫਕੀਰ ਕਹਿੰਦਾ ਇਹੀ ਗੱਲ ਮੈਂ ਇਹਨੂੰ ਪੁੱਛਦਾ, ਕੱਲ ਇਹ ਵੀ ਮੈਨੂੰ ਮਿਲਿਆ ਸੀ, ਇਹਨੇ ਵੀ ਮੇਰੇ ਨਾਲ ਇਹੀ ਕੀਤੀ ਸੀ, ਅੱਜ ਮੈਂ ਪੁੱਛਦਾ ਵੀ ਹੁਣ ਦੱਸ ਤੂੰ ਕੌਣ ਹੈ? ਬਾਲਾ ਮਾਣ ਨਾ ਕਰ, ਇੱਕ ਦਮ ਦੇ ਆਦਮੀ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੱਕਾ ਨਹੀਂ ਕਰੀਦਾ ਹੁੰਦਾ ਗੁਰਮੁਖ ਪਿਆਰਿਓ। ਬੇਨਤੀ ਹੈ, ਚਲੋ ਆਪਣਾ ਵਿਸ਼ਾ ਤਾਂ ਇਹ ਹੈ ਨਹੀਂ ਕਿਉਂਕਿ ਹੋਰ ਸਮਾਗਮ ਵਿੱਚ ਆਏ ਆ, ਪਰ ਹੈ ਤਾਂ ਮਾੜੀ ਗੱਲ ਹੈ, ਜ਼ੁਲਮ ਹੁੰਦਾ। ਤੇ ਨਾ ਇਹੋ ਜਿਹੇ ਅੰਦੋਲਨਾਂ ਵਿੱਚ ਰਲ ਮਿਲ ਕੇ ਜਿੰਨਾ ਹੋ ਜੇ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ। ਆ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ। ਹਾਲਾਂਕਿ ਮਹਾਰਾਜ ਤਾਂ ਜਦੋਂ ਜਾਂਦੇ ਹੋ ਅਨੰਦਪੁਰ ਸਾਹਿਬ, ਕੱਲੇ ਕੇਸਗੜ੍ਹ ਸਾਹਿਬ ਦੇ ਦਰਸ਼ਨ ਕਰਕੇ ਨਾ ਮੁੜਿਆ ਕਰੋ। ਉੱਥੇ ਇੱਕ ਗੁਰਦੁਆਰਾ, ਗੁਰਦੁਆਰਾ ਭੋਰਾ ਸਾਹਿਬ, ਉੱਥੇ ਬਹੁਤ ਘੱਟ ਜਾਂਦੀ ਹੈ ਸੰਗਤ। ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਉੱਥੇ ਹੀ ਮੋੜੀ ਗੱਡੀ ਸੀ, ਉੱਥੇ ਗੁਰੂ ਮਹਾਰਾਜ ਪਰਿਵਾਰ ਸਮੇਤ ਰਹਿੰਦੇ ਸੀ। ਉੱਥੇ ਹੀ ਕਸ਼ਮੀਰੀ ਪੰਡਤ ਆਏ ਸੀ ਵੀ ਸਾਡੇ ਤੇ ਜ਼ੁਲਮ ਹੁੰਦਾ, ਮਹਾਰਾਜ ਸਾਡੀ ਮਦਦ ਕਰੋ। ਉਸ ਸਥਾਨ ਤੇ 3 ਸਾਹਿਬਜ਼ਾਦਿਆਂ ਨੇ ਜਨਮ ਲਿਆ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ। ਉਹ ਗੁਰਦੁਆਰਾ ਭੋਰਾ ਸਾਹਿਬ, ਉੱਥੇ ਬਹੁਤ ਘੱਟ ਜਾਂਦੇ ਆ, ਪਤਾ ਹੀ ਨਹੀਂ ਹੁੰਦਾ ਕਈਆਂ ਨੂੰ। ਉੱਥੇ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ ਸੀ, ਮਹਾਰਾਜ ਸਾਡੇ ਤੇ ਧੱਕਾ ਹੁੰਦਾ, ਜ਼ੁਲਮ ਹੁੰਦਾ ਹੈ। ਤੇ ਮਹਾਰਾਜ ਨੇ ਇਹੋ ਜੀ ਪੁਕਾਰ ਸੁਣੀ, ਗਏ ਜਾ ਕੇ ਗੁਰਮੁਖ ਪਿਆਰਿਓ ਸਮਝਾਇਆ ਵੀ ਔਰੰਗਜ਼ੇਬ ਨਹੀਂ ਮੰਨਿਆ ਤੇ ਆਪਣਾ ਆਪ ਕੁਰਬਾਨ ਵੀ ਕਰਤਾ। ਆਪਾਂ ਉਸ ਗੁਰੂ ਦੇ ਸਿੱਖ ਹਾਂ। ਕਦੇ ਨਾ ਸੋਚੋ ਵੀ ਕੱਲਾ ਜ਼ਿਮੀਂਦਾਰਾਂ ਦਾ ਰੌਲਾ ਅਸੀਂ ਕੀ ਲੈਣਾ। ਇਹ ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਨਾ, ਸੇਕ ਫਿਰ ਸਭ ਨੂੰ ਲੱਗਦਾ ਗੁਰੂ। ਇਸ ਕਰਕੇ ਅਜੇ ਵੀ ਸਮਾਂ ਭਾਈ ਸੰਭਲੋ, ਤੇ ਜਿੱਥੇ ਗੁਰੂ ਘਰ ਨੂੰ ਮੰਨਣਾ, ਸੇਵਾ ਕਰਨੀ ਹੈ। ਇਹ ਆ ਵੀ ਚੰਗੇ ਕੱਪੜੇ ਪਾਈਏ, ਸੋਹਣੇ ਘਰ ਹੋਣ, ਗੱਡੀਆਂ ਖਰੀਦੀਏ, ਵਿਦਿਆ ਵੀ ਪੜ੍ਹਿਆ ਕਰੋ ਗੁਰੂ। ਹੁਣ ਇਹ ਮਾਰਾਂ ਸਾਨੂੰ ਤਾਂ ਪੈਂਦੀਆਂ ਅਸੀਂ ਵਿਦਿਆ ਵੱਲੋਂ ਧਿਆਨ ਹਟਾ ਗਏ। ਜੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਜਾਵਾਂਗੇ, ਜਿਹੜੇ ਅਹੁਦਿਆਂ ਤੇ ਬਹਿ ਕੇ ਲੋਕ ਸਾਡੇ ਤੇ ਜ਼ੁਲਮ ਕਰਦੇ ਆ, ਉੱਥੇ ਆਪਣੇ ਬੱਚੇ ਹੋਣਗੇ, ਆਪੇ ਸੁਧਾਰ ਆ ਜੂ ਗੁਰੂ। ਇਧਰ ਵੀ ਧਿਆਨ ਦਿਓ, ਵਿਦਿਆ ਪੜ੍ਹੋ। ਜੇ ਤੁਹਾਡੇ ਪੱਲੇ ਗਿਆਨ ਹੈਗਾ, ਤੁਹਾਡੀ ਕਦਰ ਜ਼ਰੂਰ ਪੈ ਜੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਹੋਏ ਨੇ, ਗਰੀਬ ਜਾਤੀ 'ਚ ਪੈਦਾ ਹੋਏ। ਉਹ ਕਹਿੰਦੇ ਜਦੋਂ ਮੈਂ ਸਕੂਲ ਜਾਂਦਾ ਨਾ, ਮੈਨੂੰ ਨੀਵਾਂ ਸਮਝ ਕੇ ਨਲਕੇ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ। ਚਪੜਾਸੀ ਉੱਤੋਂ ਭਾਂਡੇ 'ਚ ਪਾਣੀ ਪਾ ਕੇ ਡੋਲ ਦਿੰਦਾ, ਮੈਂ ਥੱਲੇ ਓਕ ਕਰਕੇ ਪੀਂਦਾ ਹੁੰਦਾ। ਉਹਨਾਂ ਨੇ ਕਿਤਾਬ ਲਿਖੀ, ਨੋ ਪੀਣ ਨੋ ਵਾਟਰ। ਜਿੱਦੇ ਕਹਿੰਦੇ ਚਪੜਾਸੀ ਨਾ ਆਉਂਦਾ, ਮੈਨੂੰ ਪਾਣੀ ਦੀ ਘੁੱਟ ਨਹੀਂ ਸੀ ਮਿਲਦੀ, ਇੰਨੀ ਨਫ਼ਰਤ। ਪਰ ਉਹਨਾਂ ਨੇ ਵਿਦਿਆ ਪੜ੍ਹੀ, ਪੜ੍ਹ ਲਿਖ ਕੇ ਇੰਨੇ ਉੱਚੇ ਹੋ ਗਏ। ਜਦੋਂ ਭਾਰਤ ਆਜ਼ਾਦ ਹੋਇਆ, ਫਿਰ ਸੰਵਿਧਾਨ ਉਹਨਾਂ ਤੋਂ ਲਿਖਾਇਆ ਗੁਰੂ। ਲੋਕ ਤਾਂ ਉਦੋਂ ਨਫ਼ਰਤ ਕਰਦੇ ਸੀ, ਪਰ ਅੱਜ ਜਿਹੜੀਆਂ ਸੰਵਿਧਾਨਕ ਤੌਰ ਤੇ ਸੁੱਖ ਸਹੂਲਤਾਂ ਮਿਲਦੀਆਂ ਨਾ, ਬੀਬੀਆਂ ਪੜ੍ਹ ਗਈਆਂ, ਅੱਗੇ ਕੌਣ ਪੜ੍ਹਨ ਦਿੰਦਾ ਸੀ ਵਿਦਿਆ?
ਗਰੀਬ ਜਾਤੀਆਂ ਨੂੰ ਤਾਂ ਹੱਕ ਹੀ ਨਹੀਂ ਸੀ। ਉਹਨਾਂ ਨੇ ਨਫ਼ਰਤ ਵੱਲੀ ਧਿਆਨ ਨਹੀਂ ਦਿੱਤਾ, ਪੜ੍ਹਾਈ ਵੱਲ ਧਿਆਨ ਦਿੱਤਾ, ਤੇ ਅੱਜ ਸੰਵਿਧਾਨ ਭਾਰਤ ਵਿੱਚ ਉਹਨਾਂ ਦਾ ਲਾਗੂ ਹੋਇਆ ਸੀ ਗੁਰਮੁਖੀ, ਜਿਹਦੇ ਕਰਕੇ ਸੁਖੀ ਵਸਦੇ ਸੀ ਆਪਾਂ। ਇਹ ਵਿਦਿਆ ਨਾਲ ਕਦਰ ਪੈਣੀ ਹੈ। ਇਸ ਕਰਕੇ ਭਾਈ ਕੱਪੜੇ ਭਾਵੇਂ ਸਸਤੇ ਪਾ ਲਓ, ਖਾਣਾ ਘੱਟ ਖਾ ਲਓ, ਕੋਈ ਗੱਲ ਨਹੀਂ, ਪਰ ਜਿਵੇਂ ਵੀ ਹੋ ਸਕਦਾ ਆਪਣੇ ਬੱਚੇ ਬੱਚੀਆਂ ਨੂੰ ਵਿਦਿਆ ਪੜ੍ਹਾਓ, ਤਾਂ ਸਮਾਜ ਅੱਗੇ ਵਧੂਗਾ। ਗੁਰੂ ਲਓ, ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਆਪ ਜੀ ਤੋਂ ਮਾਫੀ ਮੰਗਦਾ। ਛੇਵੇਂ ਪਾਤਸ਼ਾਹ ਦਾ ਇਤਿਹਾਸ ਸਾਂਝਾ ਕੀਤਾ ਹੈ, ਗੁਰੂ ਘਰ ਦੇ ਪੱਲੇ ਜ਼ਰੂਰ ਲੱਗੋ ਭਾਈ। ਕੋ ਸੁਥਰੇ ਸ਼ਾਹ ਨੂੰ ਵੀ ਸੁਥਰੇ ਸ਼ਾਹ ਬਣਾਤਾ, ਅੱਜ ਗੁਰੂ ਘਰ ਦੇ ਵਿੱਚ ਵੀ ਉਹਦਾ ਨਾਂ ਚੱਲਦਾ। ਗੁਰੂ ਕਈ ਥਾਵਾਂ ਤੇ ਸਥਾਨ ਵੀ ਬਣਿਆ ਉਹਦੀ ਯਾਦ ਵਿੱਚ। ਗੁਰੂ ਸੇ ਮਹਾਰਾਜ ਮਿਹਰ ਦੀ ਨਜ਼ਰ ਕਰਦੇ ਤਾਂ ਗੱਲ ਬਣ ਜਾਣੀ ਹੈ। ਸਾਰੀ ਸੰਗਤ ਦਾ ਧੰਨਵਾਦ, ਬੜੇ ਪ੍ਰੇਮ ਅਦਬ ਸਤਿਕਾਰ ਨਾਲ ਬੈਠ ਕੇ ਸੁਣਿਆ। ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਵੀ ਆਈਆਂ, ਸਭ ਨੂੰ ਜੀ ਆਇਆਂ ਨੂੰ। ਪਰਮਾਤਮਾ ਸਭ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰੇ। ਅੰਮ੍ਰਿਤ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਸੇਵਾ ਤੇ ਸਿਮਰਨ ਸਾਰਿਆਂ ਦੀ ਝੋਲੀ ਸਤਿਗੁਰੂ ਜ਼ਰੂਰ ਪਾਉਣ। ਗੁਰਦੁਆਰਾ ਸਾਹਿਬ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ। ਸਾਡੇ ਸਤਿਕਾਰਯੋਗ ਬਾਬਾ ਦਰਸ਼ਨ ਸਿੰਘ ਜੀ, ਇਹਨਾਂ ਦਾ ਵੀ ਧੰਨਵਾਦ। ਹੋਰ ਵੀ ਜਿੰਨੇ ਸੇਖ ਸੇਵਕ ਨੇ, ਸਭ ਨੂੰ ਜੀ ਆਇਆਂ ਨੂੰ। ਕੋਟਾਨ ਕੋਟਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਸਾਰੇ ਮਾਲਕ ਦੇ ਚਰਨਾਂ ਵਿੱਚ ਬੈਠੇ ਹਾਂ। ਆਓ ਹੁਣ ਆਨੰਦ ਸਾਹਿਬ ਵਿੱਚ ਸਾਰੇ ਬੋਲੋ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਧੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਦਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵੱਡ ਭਾਗੀ ਗੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਭਗਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ।
सुनते पुनीत कहते पवित, सतगुर रहिया भरपूरे, बिनवंत नानक गुर चरण लागे, वाजे अनहद तूरे। वाहिगुरु जी का खालसा, वाहिगुरु जी की फतेह।